रबी रबा संदा रखा लबा। यीशु मसीह असीं तुहाडी शुक्रगुजारी करदे, बोले हालेलुया हालेलुया। शुक्रगुजारी दिल दे नाल, शुक्रगुजारी दिल दे नाल, शुक्रगुजारी शुक्रगुजारी दिल दे नाल, शुक्रगुजारी दिल दे नाल, हर जगह हर समय हर सादे 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 नाल, शुक्रगुजारी दिल दे नाल, शुक्रगुजारी दिल दे नाल, शुक्रगुजारी दिल दे देही ओ दिए जान भी ओ दिए, देही ओ दिए जान भी ओ दिए, देही ओ दिए जान भी ओ दिए, यही ओ दिए जान भी ओ दिए, कौन खरीदे हाँ गवाही ओ दिए, कौन खरीदे आग बाही ओ दिए, कौन खरीदे हाँ गवाही ओ दिए, कौन खरीदे आग बाही ओ दिए, दयाओ दी ते मसा भरपूरी ओ दिए, दया दी ते मसा भरपूरी ओ दिए, दयाओ दी ते मसा भरपूरी ओ दिए, ते मसा भरपूरी ओ दिए, शुक्रगुजारी दिल दे नाल, शुक्रगुजारी दिल दे नाल, शुक्रगुजारी दिल दे नाल, शुक्रगुजारी दिल दे नाल, सोग मेरे नू दूरी है कीता, सोग मेरे नू दूर है कीता, सोग मेरे नू दूरी है कीता, सोग मेरे नू दूर है कीता, खुशियाँ दे के माला माल है कीता, खुशियाँ लेके वाला वाल कीता, दिल दे ना जान दे ना उन प्यार करांगे, दिल दे नाल जान दे नाल ओनू प्यार करांगे, दिल दे ना जान दे ना उन प्यार करांगे, दिल दे नाल
ਜ਼ਬਰਦਸਤੀ ਕੋਈ ਕੰਮ ਹੀ ਕਰਵਾਇਆ ਜਾਂਦਾ ਹੈ ਤੇ ਨਾ ਹੀ ਕੋਈ ਸੇਵਾ ਕਰਵਾਈ ਜਾਂਦੀ ਹੈ, ਕਿਉਂਕਿ ਸਾਡੀ ਜ਼ਿੰਦਗੀ ਖੁਦਾ ਦੇ ਨਾਲ ਜਿਹੜੀ ਜੁੜੀ ਹੈ, ਜਿਸ ਨੂੰ ਅਸੀਂ ਜਦ ਤੱਕ ਸਮਝਾਂਗੇ ਨਹੀਂ ਤਦ ਤੱਕ ਸਾਡੀ ਸੇਵਾ ਵੀ ਅਧੂਰੀ ਹੈ ਤੇ ਸਾਡੇ ਕੰਮ ਵੀ ਅਧੂਰੇ ਰਹਿ ਜਾਂਦੇ ਨੇ। ਅੱਜ ਜਿਸ ਵਚਨ ਤੇ ਅਸੀਂ ਗੱਲ ਕਰਾਂਗੇ ਕਿ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲ ਕਰਦਾ ਹੈ, ਕਹਿੰਦਾ ਹੈ ਕਿ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ ਉਹਦੀ ਚਾਲ ਚੱਲੋ। ਅਫਸੀਆਂ ਦੀ ਪੱਤਰੀ ਉਸ ਦਾ 4 ਬਾਬ ਉਹਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਕਹਿੰਦਾ ਇਸ ਲਈ ਮੈਂ ਜੋ ਪ੍ਰਭੂ ਵਿੱਚ ਬੰਦੀ ਹਾਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ ਉਸ ਦੇ ਯੋਗ ਚਾਲ ਚੱਲੋ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ, ਬੁਲਾਏ ਗਏ ਹੋ ਅਲੱਗ ਗੱਲ ਹੈ। ਅੱਜ ਦੀ ਗੱਲ ਕਰਦਾ ਹੈ, ਤੁਸੀਂ ਬੁਲਾਏ ਗਏ ਹੋ, ਪਰ ਇੱਥੇ ਪ੍ਰਭੂ ਦਾ ਵਚਨ ਗੱਲ ਕਰਦਾ ਹੈ, ਕਹਿੰਦਾ ਤੁਸੀਂ ਬੁਲਾਏ ਗਏ ਸੀ। ਇਹਦਾ ਮਤਲਬ ਹੈ ਕਿ ਪਹਿਲਾਂ ਹੀ ਇਸ ਬੁਲਾਹਟ ਦੇ ਨਾਲ ਬੁਲਾਏ ਗਏ ਸੀ ਤੇ ਕਹਿੰਦਾ ਤੁਸੀਂ ਉਸ ਦੀ ਚਾਲ ਚਲੋ, ਉਸ ਯੋਗ ਚਾਲ ਚੱਲੋ। ਕਿਉਂ ਇਹ ਸ਼ਬਦ ਸਾਡੇ ਲਈ ਵਰਤਿਆ ਗਿਆ ਕਿ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ ਉਸ ਦੇ ਯੋਗ ਚਾਲ ਚੱਲੋ? ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਅਸੀਂ ਬਹੁਤ ਵਾਰੀ ਇਹ ਕਹਿ ਦਿੰਦੇ ਹਾਂ ਕਿ ਤੈਨੂੰ ਜਿਹੜਾ ਕੰਮ ਸੌਂਪਿਆ ਗਿਆ ਸੀ ਤੂੰ ਉਹਦੇ ਮੁਤਾਬਕ ਚੱਲਦਾ ਨਹੀਂ ਹੈ, ਕਰਦਾ ਨਹੀਂ ਹੈ, ਤੇ ਜਦ ਤੱਕ ਕਰੋ ਨਾ ਤਦ ਤੱਕ ਸਾਨੂੰ ਉਹ ਸ਼ਬਦ ਇਸਤੇਮਾਲ ਕੀਤਾ ਵਾਰ-ਵਾਰ ਜਾਂਦਾ ਹੈ। ਤੇ ਜਿਸ ਉਪਾਧੀ ਤੱਕ ਸਾਡੇ ਮਦਰ ਟਰੀਜ਼ਾ ਜੀ ਪਹੁੰਚੇ, ਉਸ ਉਪਾਧੀ ਨੂੰ ਜਦ ਦੇਖੀਏ ਕਿ ਮਾਂ ਦਾ ਸ਼ਬਦ ਜਦ ਨਾਲ ਲੱਗ ਜਾਂਦਾ ਹੈ ਤੇ ਉਹ ਬਹੁਤ ਵੱਡੇ ਮਾਇਨੇ ਰੱਖਦਾ ਹੈ ਹਰੇਕ ਦੀ ਜ਼ਿੰਦਗੀ ਦੇ ਵਿੱਚ। ਮਾਂ ਸ਼ਬਦ ਹੈ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਦਿੰਦਾ, ਤੇ ਹਰੇਕ ਨੂੰ ਬੰਦਾ ਮਾਂ ਨਹੀਂ ਕਹਿੰਦਾ, ਨਾ ਹੀ ਹਰੇਕ ਨੂੰ ਤੁਰੇ ਜਾਂਦੇ ਨੂੰ ਬਾਪ ਕਹਿ ਦਿੰਦਾ। ਮਾਂ ਨੂੰ ਹੀ ਮਾਂ ਕਿਹਾ ਜਾਂਦਾ, ਅਤੇ ਜਿਸ ਨੂੰ ਅਸੀਂ ਮਾਂ ਕਹਿੰਦੇ ਆ ਅਸੀਂ ਉਹਦੀ ਇੱਜ਼ਤ ਵੀ ਮਾਂ ਦੇ ਵਾਂਗੂ ਹੀ ਕਰਦੇ ਆ। ਹਾਲੇਲੂਇਆ। ਉਸ ਦੀ ਇੱਜ਼ਤ ਵੀ ਮਾਂ ਦੇ ਵਾਂਗੂ ਕਰਦੇ ਆ। ਭੈਣਾਂ ਹੋਰ ਵੀ ਸਾਡੇ ਨਾਲ ਰਹਿੰਦੀਆਂ ਨੇ, ਮਾਵਾਂ ਹੋਰ ਵੀ ਸਾਡੇ ਨਾਲ ਬੈਠੀਆਂ ਹੁੰਦੀਆਂ ਨੇ, ਪਰ ਕਿਸੇ ਦੇ ਗੋਡੀ ਹੱਥ ਲਾਈਏ ਜਾਂ ਨਾ ਲਾਈਏ ਮਾਂ ਦੇ ਲਾਉਣ ਨੂੰ ਬੰਦਾ ਪਹੁੰਚ ਹੀ ਜਾਂਦਾ, ਕਿਉਂਕਿ ਅਸੀਂ ਉਸ ਨੂੰ ਮਾਂ ਕਹਿੰਦੇ। ਉਸ ਉਪਾਧੀ ਤੱਕ ਪਹੁੰਚਣ ਦੇ ਲਈ, ਉਸ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤੇ ਉਹ ਕਹਿੰਦਾ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ ਉਸ ਦੇ ਯੋਗ ਚਾਲ ਚੱਲੋ। ਮਦਰ ਟਰੀਜ਼ਾ ਨੇ ਆਪਣੀ ਜ਼ਿੰਦਗੀ ਨੂੰ ਉਸ ਯੋਗ ਚਾਲ ਦੇ ਵਿੱਚ ਚਲਾਇਆ, ਜਿਸ ਨੂੰ ਅੱਜ ਅਸੀਂ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਹਾਂ। ਤੇ ਉਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਕਾਲਿੰਗ ਨੂੰ ਜਾਣਨਾ, ਆਪਣੀ ਬੁਲਾਹਟ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਖੜੇ ਹੋ ਕੇ ਸ਼ਰਧਾਂਜਲੀ ਦੇਣਾ, ਕੈਂਡਲ ਜਲਾਉਣਾ ਬਹੁਤ ਆਸਾਨ ਹੈ, ਅਸੀਂ ਆਪਣੇ ਅਜ਼ੀਜ਼ਾਂ ਨੂੰ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੰਨੇ ਆ ਇਕੱਠੇ ਹੋ ਕੇ ਮੋਮਬੱਤੀ ਜਲਾ ਦਈਏ ਤੇ ਦੁਆ ਕਰ ਲਈਏ, ਉਹ ਬਹੁਤ ਈਜ਼ੀ ਹੈ। ਪਰ ਇਹ ਸ਼ਰਧਾਂਜਲੀ ਅਧੂਰੀ ਰਹਿ ਜਾਂਦੀ ਹੈ ਜਦ ਤੱਕ ਅਸੀਂ ਉਹਨਾਂ ਦੇ ਨਕਸ਼ੇ ਕਦਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਨਹੀਂ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬੁਲਾਹਟ ਨੂੰ ਪਹਿਚਾਨੀਏ। 1997 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, 5 ਸਤੰਬਰ 1997 ਦੇ ਵਿੱਚ। 1910 ਦੇ ਵਿੱਚ ਉਹਨਾਂ ਦਾ ਜਨਮ ਹੋਇਆ। 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ। ਆਪਣੀ ਮਾਤਾ ਦੇ ਨਾਲ ਇੱਕ ਕੈਥੋਲਿਕ ਚਰਚ ਦੇ ਵਿੱਚ ਉਹਨਾਂ ਨੇ ਬੜੀ ਵਫਾਦਾਰੀ ਦੇ ਨਾਲ ਸਮਾਂ ਬਤੀਤ ਕੀਤਾ। ਸਿੱਖਿਆ ਲਈ ਸਿੱਖਿਆ, ਅੱਗੇ ਵਧੇ ਅਤੇ ਖੁਦਾ ਦੀ ਕਾਲਿੰਗ ਨੂੰ, ਬੁਲਾਹਟ ਨੂੰ ਪਹਿਚਾਨਿਆ ਕਿ ਖੁਦਾ ਦੀ ਬੁਲਾਹਟ ਉਹਨਾਂ ਦੀ ਜ਼ਿੰਦਗੀ ਦੇ ਲਈ ਕੀ ਹੈ।
ਅਸੀਂ ਅੱਜ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਪਰ ਕੀ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਸਾਡੀ ਬੁਲਾਹਟ ਹੈ ਕਿ ਨਹੀਂ ਹੈ, ਸਾਨੂੰ ਉਹਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕਰ ਅਸੀਂ ਸਭ ਕੁਝ ਹੀ ਸਕਦੇ ਹਾਂ, ਕੋਈ ਕੰਮ ਨਹੀਂ ਅੜਿਆ, ਕਿਉਂਕਿ ਖੁਦਾ ਨੇ ਬੰਦੇ ਨੂੰ ਬਣਾਇਆ ਹੀ ਇਹੋ ਜਿਹਾ ਹੈ ਕਿ ਉਹ ਕਹਿੰਦਾ ਜਿਸ ਕੰਮ ਨੂੰ ਤੂੰ ਹੱਥ ਲਾਏਗਾ ਮੈਂ ਤੈਨੂੰ ਸਫਲ ਕਰਾਂਗਾ। ਪਰ ਬੁਲਾਹਟ ਕੀ ਹੈ ਸਾਡੀ, ਕਿਸ ਕੰਮ ਦੇ ਲਈ ਬੁਲਾਇਆ? ਪ੍ਰਭੂ ਦੇ ਵਚਨ ਨੂੰ ਜਦੋਂ ਅਸੀਂ ਅਬਰਾਹਾਮ ਦੇ ਬਾਰੇ ਪੜ੍ਹਦੇ ਹਾਂ, ਮਾਈਕ ਤੁਹਾਡੇ ਕੋਲੇ ਸੀਗਾ, ਉਤਪਤੀ ਦੀ ਕਿਤਾਬ 12 ਬਾਪ ਉਹਦਾ ਪਹਿਲਾ ਵਚਨ ਨੂੰ ਦੇਖੀਏ ਤੇ ਉਹਦੀ ਬੁਲਾਹਟ ਦੇ ਨਾਲ ਅਸੀਂ ਉਸਦੇ ਜੀਵਨ ਦੇ ਵਿੱਚ ਬਦਲਾਵ ਦੇਖਦੇ ਹਾਂ। ਉੱਥੇ ਪੜ੍ਹ ਦੋ। ਹਾਂਜੀ 12 ਦੀ ਫਸਟ। ਓਕੇ। ਤਦ ਯਹੋਵਾ ਨੇ ਅਬਰਾਹਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਬਸ ਜੀ, ਥੈਂਕ ਯੂ, ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਅਬਰਾਹਮ ਨੂੰ? ਉਹਨੇ ਬੁਲਾਇਆ ਉਸ ਨੂੰ, ਤੂੰ ਕਿੱਥੋਂ ਨਿਕਲ? ਆਪਣੇ ਦੇਸ਼ ਤੋਂ ਨਿਕਲ, ਆਪਣੇ ਪਰਿਵਾਰ ਤੋਂ ਨਿਕਲ, ਆਪਣੇ ਸਾਕਾਂ ਤੋਂ ਨਿਕਲ। ਕਹਿੰਦਾ ਉੱਥੋਂ ਬਾਹਰ ਨਿਕਲ ਤੇ ਮੈਂ ਤੈਨੂੰ ਅੱਗੇ ਵਧਾਵਾਂਗਾ। ਦੁਬਾਰਾ ਪੜ੍ਹ ਦਿਓ ਭੈਣ ਜੀ ਜਰਾ। ਤਦ ਯਹੋਵਾ ਨੇ ਅਬਰਾਹਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ, ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ, ਅਤੇ ਆਪਣੇ ਪਿਤਾ ਦੇ ਘਰਾਣੇ ਤੋਂ ਉਸ ਦੇਸ਼ ਨੂੰ, ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ, ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ। ਨਿਕਲ ਤੁਰ। ਹਾਲੇਲੂਇਆ। ਹਾਲੇਲੂਇਆ। ਇੱਥੋਂ ਤੱਕ ਕਿ ਬਹੁਤ ਵਾਰ ਕਹਿੰਦਾ ਬੁਲਾਹਟ ਦੇ ਵਿੱਚ ਆਪਣੇ ਪਿਤਾ ਦਾ ਘਰਾਣਾ ਵੀ ਛੱਡਣਾ ਪੈਂਦਾ, ਪਿਤਾ ਦਾ ਘਰਾਣਾ ਵੀ ਛੱਡਣਾ ਪੈਂਦਾ। ਬੁਲਾਹਟ ਕੀ ਹੈ ਸਾਡੀ ਅੱਜ ਸੇਵਾ ਦੇ ਲਈ ਮਸੀਹ ਦੀ? ਪਰਮੇਸ਼ਰ ਨੇ ਸਾਨੂੰ ਕਿਸ ਕੰਮ ਦੇ ਲਈ ਚੁਣਿਆ ਹੈ? ਕੀ ਅਸੀਂ ਉਸ ਮੁਕਾਮ ਨੂੰ ਪ੍ਰਾਪਤ ਕੀਤਾ ਹੈ ਕਿ ਉਹ ਸਿਰਫ ਸੇਵਾਦਾਰਾਂ ਦਾ ਹੀ ਕੰਮ ਹੈ? ਜਿਹੜਾ ਤਾਂ ਬਾਈਬਲ ਫੜ ਲੈਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਪ੍ਰਚਾਰਕ ਬਣ ਜਾਣਾ। ਠੀਕ ਹੈ, ਬਹੁਤ ਅੱਛੀ ਗੱਲ ਹੈ, ਖੁਦਾ ਸਭ ਨੂੰ ਬਣਾਵੇ, ਪਰ ਸੇਵਾਵਾਂ ਅਲੱਗ-ਅਲੱਗ ਨੇ। ਕਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਜੇ ਉਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਬਰਾਹਾਮ ਨੂੰ ਯਾਜਕ ਹੋਣ ਦੇ ਲਈ ਨਹੀਂ ਖੁਦਾ ਨੇ ਬੁਲਾਇਆ। ਅਬਰਾਹਾਮ ਨੂੰ ਖੁਦਾ ਨੇ ਨਬੀ ਹੋਣ ਦੇ ਲਈ ਨਹੀਂ ਬੁਲਾਇਆ, ਪਰ ਉਹਨੂੰ ਇੰਨਾ ਤਾਂ ਕਿਹਾ ਹੈ ਨਾ ਕਿ ਉਹਨੂੰ ਕਹਿੰਦਾ ਤੂੰ ਆਪਣਾ ਘਰ ਛੱਡ, ਆਪਣਾ ਦੇਸ਼ ਛੱਡ, ਆਪਣਾ ਪਰਿਵਾਰ ਛੱਡ, ਆਪਣੇ ਪਿਤਾ ਦਾ ਘਰਾਣਾ ਛੱਡ ਤੇ ਉਸ ਜਗ੍ਹਾ ਨੂੰ ਜਾ, ਉਸ ਦੇਸ਼ ਨੂੰ ਜਾ ਜਿੱਥੇ ਮੈਂ ਤੈਨੂੰ ਲੈ ਕੇ ਜਾਵਾਂਗਾ। ਵਾਅਦਾ ਵੀ ਹੈ ਉਹਦੇ ਨਾਲ। ਭੈਣ ਜੀ ਪੜਿਓ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਕਦ ਖੁਦਾ ਵੱਡੀ ਕੌਮ ਬਣਾਏਗਾ? ਜਦ ਅਸੀਂ ਆਪਣੀ ਬੁਲਾਹਟ ਨੂੰ ਸੁਣ ਕੇ ਉਹਨੂੰ ਮੰਨਾਂਗੇ। ਜਦ ਅਸੀਂ ਆਪਣੀ ਬੁਲਾਹਟ ਨੂੰ ਸੁਣ ਕੇ ਉਸ ਨੂੰ ਮੰਨਾਂਗੇ ਤਾਂ ਕਹਿੰਦਾ ਮੈਂ ਤੈਨੂੰ ਵੱਡੀ ਕੌਮ ਬਣਾਵਾਂਗਾ। ਅੱਗੇ, ਔਰ ਮੈਂ ਤੈਨੂੰ ਆਸੀਸ ਦਿਆਂਗਾ, ਮੈਂ ਤੈਨੂੰ ਆਸ਼ੀਸ਼ ਦਿਆਂਗਾ, ਔਰ ਮੈਂ ਤੇਰਾ ਨਾਮ ਅਤੇ ਮੈਂ ਵੱਡਾ ਤੇਰਾ ਕਰਾਂਗਾ। ਨਾਮ ਵੱਡਾ ਕਰਾਂਗਾ। ਹਾਲੇਲੂਇਆ। ਹਾਲੇਲੂਇਆ। ਮੈਂ ਤੈਨੂੰ ਆਸ਼ੀਸ਼ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਵੀ ਕਰਾਂਗਾ। ਔਰ ਤੂੰ ਬਰਕਤ ਦਾ ਕਾਰਨ ਹੋ, ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ। ਕਿਹਨਾਂ ਦੇ ਲਈ? ਸਭ ਜਾਤੀਆਂ ਦੇ ਲਈ। ਧਰਤੀ ਦੀਆਂ ਸਭ ਜਾਤੀਆਂ ਤੇਰੇ ਦੁਆਰਾ ਬਰਕਤ ਪਾਉਣਗੀਆਂ, ਆਸ਼ੀਸ਼ ਪਾਉਣਗੀਆਂ। ਖੁਦਾ ਕਹਿੰਦਾ ਮੈਂ ਤੈਨੂੰ ਆਸ਼ੀਸ਼ ਦਿਆਂਗਾ ਅਤੇ ਤੂੰ ਦੂਸਰਿਆਂ ਦੇ ਲਈ ਆਸ਼ੀਸ਼ ਬਣੇਗਾ। ਕਦ? ਜਦ ਤੂੰ ਆਪਣੀ ਬੁਲਾਹਟ ਨੂੰ ਸੁਣੇਗਾ, ਖੁਦਾ ਦੀ ਆਵਾਜ਼ ਨੂੰ ਸੁਣ ਕੇ ਉਹਦੇ ਮੁਤਾਬਕ ਚੱਲੇਗਾ, ਤਦ ਖੁਦਾ ਤੈਨੂੰ ਦੂਸਰਿਆਂ ਦੇ ਲਈ ਆਸ਼ੀਸ਼ ਬਣਾਉਂਦਾ ਜਾਵੇਗਾ। ਜਦ ਕੋਈ ਘਰੋਂ ਖੁਦਾ ਦੀ ਸੇਵਾ ਦੇ ਲਈ ਨਿਕਲਦਾ ਹੈ, ਉਹ ਐਵੇਂ ਨਹੀਂ ਨਿਕਲਦਾ। ਖੁਦਾ ਦਾ ਚੁਣਿਆ ਹੋਇਆ, ਖੁਦਾ ਦਾ ਬੁਲਾਇਆ ਹੋਇਆ, ਖੁਦਾ ਦੀ ਅਗਵਾਈ ਦੇ ਵਿੱਚ ਚੱਲਦਾ ਹੋਇਆ ਚੱਲਦਾ। ਕਿਉਂ? ਕਿਉਂਕਿ ਉਸਨੇ ਖੁਦਾ ਦੀ ਬੁਲਾਹਟ ਨੂੰ ਸੁਣਿਆ। ਸਾਡੇ ਜੀਵਨ ਖੁਦਾ ਦੇ ਨਾਲ ਜੁੜੇ ਨੇ। ਕਿਸ ਬੁਲਾਹਟ ਦੇ ਨਾਲ ਜੁੜੇ ਨੇ ਸਾਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ।
उस जिंदगी नूं, अपने जीवन नूं, उस परिवार नूं ਉਹਨੂੰ खुदा ਦੇ ਹੱਥਾਂ ਦੇ ਵਿੱਚ ਸੌਂਪਣ ਦੀ ਲੋੜ ਹੈ ਤਾਂ ਕਿ ਅਸੀਂ खुदा ਦੀ ਆਵਾਜ਼ ਨੂੰ ਸਮੇਂ ਸਿਰ ਸੁਣ ਸਕੀਏ। ਅਤੇ ਕੀ ਕਹਿੰਦਾ? ਕਹਿੰਦਾ ਤੇਰੇ ਦੁਆਰਾ ਮੈਂ ਸਭ ਕੌਮਾਂ ਨੂੰ ਆਸ਼ੀਸ਼ ਦਿਆਂਗਾ। ਧਰਤੀ ਦੀਆਂ ਸਾਰੀਆਂ ਜਾਤੀਆਂ ਆਸ਼ੀਸ਼ ਪਾਉਣਗੀਆਂ। ਜਿਹੜਾ ਤੈਨੂੰ ਆਸ਼ੀਸ਼ ਦੇਗਾ ਉਹਨੂੰ ਮੈਂ ਆਸ਼ੀਸ਼ ਦਿਆਂਗਾ। ਜਿਹੜਾ ਤੈਨੂੰ ਸ਼ਰਾਪ ਦੇਗਾ ਉਹਨੂੰ ਮੈਂ ਹਾਲੇਲੂਇਆ ਹਾਲੇਲੂਇਆ। ਬਾਈਬਲ ਪੜ੍ਹਦੇ ਕਿ ਨਹੀਂ ਪੜ੍ਹਦੇ? ਸਾਰੇ ਪੜ੍ਹਦੇ ਨੇ। ਰੱਬ ਤੁਹਾਨੂੰ ਬਹੁਤ ਬਰਕਤ ਦੇਵੇ। ਜਿਹੜਾ ਤੈਨੂੰ ਆਸ਼ੀਸ਼ ਦੇਵੇ, ਖੁਦਾ ਕਹਿੰਦਾ ਮੈਂ ਤੈਨੂੰ ਕੀ ਦਿਆਂਗਾ? ਕੀ ਦਿਆਂਗਾ? ਆਸ਼ੀਸ਼ ਦਿਆਂਗਾ। ਤੇ ਜਿਹੜਾ ਤੈਨੂੰ ਸ਼ਰਾਪ ਦੇਗਾ ਉਹਨੂੰ ਮੈਂ ਕੀ ਦਿਆਂਗਾ? ਸ਼ਰਾਪ ਦਿਆਂਗਾ, ਸ਼ਰਾਪਿਤ ਕਰਾਂਗਾ। ਕਿਉਂ? ਕਿਉਂਕਿ ਉਸਨੇ ਖੁਦਾ ਦੀ ਬੁਲਾਹਟ ਨੂੰ ਸੁਣਿਆ, ਖੁਦਾ ਦੇ ਲਈ ਆਪਣਾ ਸਭ ਕੁਝ ਤਿਆਗਣ ਦੇ ਲਈ ਤਿਆਰ ਹੈ ਅਤੇ ਆਪਣੇ ਜੀਵਨ ਨੂੰ ਉਹਦੀ ਸੇਵਾ ਦੇ ਲਈ ਦੇਣ ਦੇ ਲਈ ਵੀ ਉਹ ਤਿਆਰ ਹੈ। ਹਾਲੇਲੂਇਆ। ਸਾਡੀਆਂ ਜ਼ਿੰਦਗੀਆਂ ਅੱਜ ਖੁਦਾ ਦੇ ਨਾਲ ਕਿੱਥੋਂ ਤੱਕ ਉਹਦੀ ਬੁਲਾਹਟ ਦੇ ਵਿੱਚ ਜੁੜੀਆਂ ਨੇ। ਮਦਰ ਟਰੇਜ਼ਾ ਸ਼ਰਧਾਂਜਲੀ ਜਿਹੜੇ ਸ਼ਬਦਾਂ ਦੇ ਨਾਲ ਅਸੀਂ ਦਿੰਨੇ ਆ, ਪ੍ਰਭੂ ਦੇ ਵਚਨ ਨੂੰ ਅਸੀਂ ਇੱਕ ਹੋਰ ਆਇਤ ਪੜਾਂਗੇ। ਅਫਸੀਆਂ ਦੀ ਪੱਤਰੀ ਉਸ ਦਾ 4 ਬਾਬ ਉਸ ਦੀ 2 ਆਇਤ ਕਹਿੰਦਾ, ਅਰਥਾਤ ਸਾਰੀ ਦੀਨਤਾ ਅਤੇ ਨਮਰਤਾ ਦੇ ਨਾਲ ਧੀਰਜ ਧਰ ਕੇ ਪ੍ਰੇਮ ਦੇ ਨਾਲ ਇੱਕ ਦੂਸਰੇ ਦੀ ਸਹਿ ਲਓ। ਹਾਲੇਲੂਇਆ। ਸਾਰੀ ਦੀਨਤਾ, ਨਮਰਤਾ ਤੇ ਧੀਰਜ ਦੇ ਨਾਲ ਧੀਰਜ ਧਰ ਕੇ ਸਭਨਾਂ ਦੀ ਸਹਿ ਲਓ। ਕਹਿੰਦਾ ਸ਼ਬਦ ਵਰਤਨੇ ਬਹੁਤ ਆਸਾਨ ਨੇ, ਪਰ ਜਦ ਆਪਣੀ ਜ਼ਿੰਦਗੀ 'ਚ ਕੰਮ ਕਰਦੇ ਨੇ ਤੇ ਬੜਾ ਫਰਕ ਰੱਖਦੇ ਨੇ। ਖੁਦਾ ਨੇ ਸਾਨੂੰ ਮਾਵਾਂ ਦਿੱਤੀਆਂ ਨੇ ਘਰਾਂ 'ਚ। ਰੱਬ ਸਭ ਨੂੰ ਜ਼ਿੰਦਗੀ ਦੇਵੇ, ਪਰ ਮਾਂ ਦੇ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨੇ ਘਰ ਦੇ ਵਿੱਚ। ਕੋਈ ਚੰਗਾ ਹੋਵੇ, ਕੋਈ ਮਾੜਾ ਹੋਵੇ। ਮਾੜਾ ਮਤਲਬ ਮੈਂ ਕਿਸੇ ਨੂੰ ਗਲਤ ਪਾਸੇ ਨਹੀਂ ਕਹਿ ਰਿਹਾ। ਮਾੜਾ ਮਤਲਬ ਵੀ ਸਿਹਤ ਦੇ ਵਿੱਚ ਕੋਈ ਕਮਜ਼ੋਰ ਹੋਵੇ ਤੇ ਕੋਈ ਚੰਗਾ ਸਿਹਤਵਾਨ ਹੋਵੇ। ਕਿਸੇ ਕੋਲੇ ਚੰਗੀਆਂ ਆਦਤਾਂ ਹੋਣ, ਕਿਸੇ ਕੋਲੇ ਮਾੜੀਆਂ ਵੀ ਹੋ ਸਕਦੀਆਂ ਨੇ, ਕਿਉਂਕਿ ਚੰਗੀਆਂ ਮਾੜੀਆਂ ਆਦਤਾਂ ਬੰਦੇ ਦੇ ਵਿੱਚ ਆਮ ਹੀ ਹੁੰਦੀਆਂ ਨੇ, ਹਰ ਇਨਸਾਨ 'ਚ ਪਾਈਆਂ ਜਾਂਦੀਆਂ ਨੇ। ਕਿਸੇ ਨੂੰ ਸਾਫ਼ ਸੁਥਰਾ ਰੱਖਿਆ ਹੋਵੇ ਤੇ ਕੋਈ ਭਾਵੇਂ ਮਿੱਟੀ 'ਚ ਵੀ ਲਿਬੜਿਆ ਹੋਵੇ, ਕਿਸੇ ਦਾ ਭਾਵੇਂ ਨੱਕ ਵੀ ਵਗਦਾ ਹੋਵੇ, ਨਾ ਸੁੱਕਦਾ ਹੋਵੇ, ਫਿਰ ਵੀ ਮਾਂ ਪੂੰਝਣ ਦੇ ਲਈ ਤਿਆਰ ਰਹਿੰਦੀ, ਕਿਉਂਕਿ ਉਹਦੀ ਮਾਂ ਹੈ। ਤੇ ਜਿਹਦੇ ਕੋਲੇ ਸਾਫ਼ ਸੁਥਰਾ ਹੁੰਦਾ ਉਹਨੂੰ ਹੋਰ ਕਹਿੰਦੇ ਵੀ ਜਾ ਪਾਸੇ ਹੋ ਕੇ ਬਹਿ ਜਾ, ਇਹਨੂੰ ਵੀ ਸਾਫ਼ ਸੁਥਰਾ ਕਰਨਾ। ਕਿਉਂ? ਕਿਉਂਕਿ ਉਹ ਇੱਕ ਮਾਂ ਹੈ। ਕਿਉਂਕਿ ਉਹ ਇੱਕ ਮਾਂ ਹੈ। ਤੇ ਮਾਂ ਕਦੀ ਵੀ ਆਪਣੇ ਬੱਚਿਆਂ ਨੂੰ ਗੰਦਾ ਵੇਖ ਨਹੀਂ ਜਰਦੀ, ਤੇ ਬੱਚਿਆਂ ਦੇ ਲਈ ਉਹ ਪਿਓ ਦੇ ਨਾਲ ਵੀ ਲੜ ਪੈਂਦੀ ਹੈ। ਬੱਚਿਆਂ ਦੇ ਲਈ ਮਾਂ ਪਿਓ ਦੇ ਨਾਲ ਵੀ ਲੜ ਪੈਂਦੀ ਹੈ ਤੇ ਵਕਤ ਆਉਣ ਤੇ ਸਮਾਜ ਦੇ ਨਾਲ ਵੀ ਲੜਨ ਦੇ ਲਈ ਤਿਆਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹਦੇ ਬੱਚੇ ਨੇ, ਉਹਦਾ ਪਰਿਵਾਰ ਹੈ। ਤੇ ਅਸੀਂ ਉਹਨਾਂ ਸ਼ਬਦਾਂ ਨੂੰ ਜਦੋਂ ਦੇਖਦੇ ਆ, ਉਹ ਉਪਾਧੀ ਜਿਹੜੀ ਦਿੱਤੀ ਗਈ ਮਦਰ ਟਰੇਜ਼ਾ ਦੀ, ਮਾਂ ਦਾ ਸ਼ਬਦ ਜੋ ਸਾਡੀ ਭੈਣ ਸਿਸਟਰ ਸੰਤ ਟਰੇਜ਼ਾ ਦੇ ਲਈ ਦਿੱਤਾ ਗਿਆ, ਉਹ ਐਵੇਂ ਨਹੀਂ ਦਿੱਤਾ ਗਿਆ। ਉਸਨੇ ਉਸ ਚੀਜ਼ ਨੂੰ ਪ੍ਰੈਕਟੀਕਲੀ ਸਭਨਾਂ ਦੇ ਲਈ ਕਰਕੇ ਦਿਖਾਇਆ। ਹਾਲੇਲੂਇਆ। ਸਮਾਜ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਹੀ ਨਹੀਂ, ਇੱਥੋਂ ਤੱਕ ਕਿ ਪੂਰੇ ਵਰਲਡ ਦੇ ਵਿੱਚ ਉਹਨਾਂ ਨੂੰ ਜਿਹੜੀ ਉਪਾਧੀ ਦਿੱਤੀ ਗਈ ਉਹ ਮਦਰ ਟਰੇਜ਼ਾ ਦੀ ਦਿੱਤੀ ਗਈ। ਮਦਰ ਟਰੇਜ਼ਾ ਦੀ ਉਪਾਧੀ ਦਿੱਤੀ ਗਈ। ਕਿਉਂ ਦਿੱਤੀ ਗਈ? ਕਿਉਂਕਿ ਉਸ ਨੇ ਸਭਨਾਂ ਦੇ ਲਈ ਇੱਕੋ ਜਿਹਾ ਰਵੱਈਆ ਰੱਖਿਆ, ਹਰ ਬੱਚੇ ਨੂੰ ਆਪਣਾ ਸਮਝਿਆ। ਭਾਵੇਂ ਉਹ ਸਾਫ਼ ਸੁਥਰਾ ਸੀ, ਭਾਵੇਂ ਉਹ ਗੰਦਾ ਸੀ, ਭਾਵੇਂ ਉਹ ਮੈਲਾ ਕੁਚੈਲਾ ਸੀ, ਭਾਵੇਂ ਕਿਹੋ ਜਿਹਾ ਵੀ ਸੀ, ਉਹਦੇ ਲਈ ਸਾਰੇ ਇੱਕੋ ਜਿਹੇ ਸੀ। ਉਹਨੇ ਸਭਨਾਂ ਨੂੰ ਇੱਕ ਸਮਾਨ ਸਮਝ ਕੇ ਉਹਨਾਂ ਦੀ ਸੇਵਾ ਕੀਤੀ, ਲੋੜਵੰਦਾਂ ਦੇ ਨਾਲ ਖੜੀ ਹੋਈ। ਪ੍ਰਭੂ ਦਾ ਵਚਨ ਕੀ ਕਹਿੰਦਾ ਹੈ? ਕਹਿੰਦਾ ਸਾਰੀ ਦੀਨਤਾ ਤੇ ਨਮਰਤਾ ਦੇ ਨਾਲ। ਸਾਰੀ ਦੀਨਤਾ, ਇਨਸਾਨ ਦੇ ਵਿੱਚ ਦੀਨਤਾ ਕਿੰਨੀ ਕੁ ਪਾਈ ਜਾਂਦੀ ਹੈ ਕਿ ਅੱਜ ਅਸੀਂ ਜਦੋਂ ਦੁਨੀਆ ਦੇ ਵਿੱਚ ਨਿਕਲਦੇ ਹਾਂ
ਨਹਾ ਧੋ ਕੇ ਸਾਫ਼ ਸੁਥਰੇ ਹੋ ਕੇ ਬਾਹਰ ਜਦੋਂ ਨਿਕਲੀਦਾ ਹੈ, ਤੇ ਜੇ ਕੋਈ ਗੰਦਾ ਕੱਪੜੇ ਵਾਲਾ ਇਨਸਾਨ ਜਾਂ ਬੱਚਾ ਸਾਡੇ ਕੋਲੇ ਆ ਜੇ, ਅਸੀਂ ਉਹਨੂੰ ਕਹਿੰਦੇ ਪਾਸੇ ਹੋ, ਕਿਤੇ ਕੱਪੜੇ ਨਾਲ ਲਪੇੜਦੀ। ਤੇ ਜੇ ਆਪਦਾ ਹੀ ਹੋਵੇ ਤਾਂ ਉਹਨੂੰ ਵੀ ਜਵਾਕ ਨੂੰ ਗੋਦੀ ਨਹੀਂ ਕੋਈ ਚੱਕਦਾ। ਬੱਚਾ ਆਪਦਾ ਹੀ ਸਾਫ਼ ਸੁਥਰਾ ਨਾ ਹੋਵੇ, ਲਿਬੜਿਆ ਹੋਵੇ, ਤੇ ਆਪ ਤਿਆਰ ਹੋ ਕੇ ਕਿਤੇ ਪ੍ਰੋਗਰਾਮ ਤੇ ਚੱਲੇ ਹੋਈਏ, ਤੇ ਉਹ ਜੇ ਲਿਬੜਿਆ ਵੀ ਸਾਡੇ ਵੱਲ ਆ ਜਾਏ ਤੇ ਅਸੀਂ ਉਹਨੂੰ ਗੋਦੀ ਨਹੀਂ ਚੱਕਦੇ, ਕਹਿੰਦੇ ਜਾ ਇਹਨੂੰ ਨਵਾ ਕੇ ਲਿਆ ਪਹਿਲਾਂ, ਫਿਰ ਚੱਕਾਂਗੇ। ਕਿਉਂ? ਕਿਉਂਕਿ ਸਾਡਾ ਜਿਹੜਾ ਰਵੱਈਆ ਹੈ, ਸਾਡੀ ਜਿਹੜੀ ਸੋਚ ਹੈ, ਉਹ ਦੀਨਤਾ ਸਹਿਨਸ਼ੀਲਤਾ ਦੇ ਵਿੱਚੋਂ ਬਹੁਤ ਬਾਹਰ ਹੋ ਗਈ ਹੈ। ਬੱਚਾ ਭਾਵੇਂ ਸਾਡਾ ਹੀ ਹੈ। ਪ੍ਰਭੂ ਦਾ ਵਚਨ ਕੀ ਕਹਿੰਦਾ ਹੈ, ਧਿਆਨ ਦੇ ਨਾਲ ਸੁਣੀਏ। ਉਹ ਕਹਿੰਦਾ ਦੀਨਤਾ ਤੇ ਨਮਰਤਾ ਦੇ ਨਾਲ, ਧੀਰਜ ਰੱਖ ਕੇ, ਪਿਆਰ ਦੇ ਨਾਲ ਇੱਕ ਦੂਸਰੇ ਦੀ ਸਹਿ ਲਓ। ਇਹ ਜਿਹੜੀ ਸਹਿਣੀ ਹੈ ਇੱਕ ਦੂਸਰੇ ਦੀ, ਕਿੰਨੀ ਕਿ ਸਾਡੇ ਵਿੱਚ ਸਹਿਨਸ਼ੀਲਤਾ ਹੈ। ਮਦਰ ਟਰੀਜ਼ਾ ਨੂੰ ਸੇਵਾ ਕਰਦੇ ਸਮੇਂ ਲੋਕਾਂ ਦੀਆਂ ਬਹੁਤ ਗੱਲਾਂ ਸੁਣਨੀਆਂ ਪਈਆਂ। ਪੰਜਾਬੀ 'ਚ ਕਹਾਵਤ ਹੈ, ਕਹਿੰਦੇ ਕਰ ਪੁੰਨ ਤੇ ਖਾ ਕਸੁੰਨ। ਕਿਉਂ ਕਹਿੰਦੇ ਨੇ? ਜੇ ਪੁੰਨ ਕਰੇਗਾ ਤੇ ਕਸੁੰਨ ਤਾਂ ਪੈਣੇ ਹੀ ਪੈਣੇ, ਕਿਉਂਕਿ ਤੇਰੇ ਪੁੰਨ ਕਰਨ ਦੀ ਆਦਤ ਕਈਆਂ ਨੂੰ ਚੰਗੀ ਨਹੀਂ ਲੱਗਦੀ। ਉਹ ਕਈਆਂ ਨੂੰ ਚੰਗੀ ਨਹੀਂ ਲੱਗਦੀ ਵੀ ਤੂੰ ਕਿਸੇ ਦਾ ਭਲਾ ਕਰੇ, ਤੇ ਉਹਨਾਂ ਨਾਲ ਵੀ ਹੁੰਦੀਆਂ ਸੀ, ਪਰ ਉਹਨਾਂ ਨੇ ਆਪਣੀ ਸੇਵਾ ਨਹੀਂ ਛੱਡੀ। ਉਹਨਾਂ ਨੇ ਉਹ ਵਕਤ ਨਹੀਂ ਛੱਡਿਆ ਜਿਹੜਾ ਖੁਦਾ ਨੇ ਉਹਨਾਂ ਨੂੰ ਦਿੱਤਾ ਸੀ। ਜਿਸ ਬੁਲਾਹਟ ਦੇ ਨਾਲ ਉਹ ਬੁਲਾਏ ਗਏ ਸੀ, ਉਸ ਬੁਲਾਹਟ ਨੂੰ ਪਹਿਚਾਣ ਕੇ ਉਸ ਤੋਂ ਪਿੱਛੇ ਨਹੀਂ ਉਹ ਹਟੇ। ਉਹ ਲਗਾਤਾਰ ਉਸ ਦੇ ਵਿੱਚ ਚੱਲਦੇ ਰਹੇ, ਕਿਉਂਕਿ ਉਹਨਾਂ ਨੇ ਆਪਣੀ ਬੁਲਾਹਟ ਨੂੰ ਪਹਿਚਾਨਿਆ, ਖੁਦਾ ਦੇ ਨਾਲ ਜੁੜੇ। ਖੁਦਾ ਨੇ ਉਹਨਾਂ ਨੂੰ ਕਿਹਾ, ਜਿਹੜਾ ਤੈਨੂੰ ਆਸ਼ੀਸ਼ ਦਊਗਾ ਉਹਨੂੰ ਮੈਂ ਆਸ਼ੀਸ਼ ਦਿਆਂਗਾ, ਜਿਹੜਾ ਤੈਨੂੰ ਸ਼ਰਾਪ ਦੇਗਾ ਉਹਨੂੰ ਮੈਂ ਸ਼ਰਾਪ ਦਿਆਂਗਾ। ਕਿਉਂ ਕਿਹਾ? ਕਿਉਂਕਿ ਉਹਨਾਂ ਨੇ ਖੁਦਾ ਦੀ ਬੁਲਾਹਟ ਨੂੰ ਸੁਣ ਕੇ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਦੇ ਲਈ ਦੇ ਦਿੱਤਾ। ਹਾਲੇਲੂਇਆ। ਸਾਡਾ ਜਿਹੜਾ ਜੀਵਨ ਹੈ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਖੁਦਾ ਅੱਜ ਸਾਨੂੰ ਉਸੇ ਮੁਕਾਮ ਤੇ ਵਧਾਉਣਾ ਚਾਹੁੰਦਾ। ਸਿਰਫ ਇਹਨਾਂ ਸ਼ਰਧਾਂਜਲੀਆਂ ਦੇ ਨਾਲ ਨਹੀਂ ਕਿ ਅਸੀਂ ਇਕੱਠੇ ਹੋ ਕੇ ਬੈਠੀਏ, ਦੁਆ ਬੰਦਗੀ ਕਰੀਏ, ਰੱਬ ਦਾ ਨਾਮ ਲਈਏ, ਤੇ ਬਸ ਸਿਰਫ ਇਹਨਾਂ ਦੇ ਨਾਲ ਗੱਲ ਨਹੀਂ ਬਣਦੀ। ਮੈਂ ਵਚਨ ਸੁਣਾ ਕੇ ਚਲਾ ਜਾਵਾਂ, ਭੈਣ ਆਈ ਉਹ ਗਾ ਕੇ ਚਲੀ ਗਈ, ਦੋ ਜਣੇ ਆਏ ਉਹ ਵਜਾ ਕੇ ਚਲੇ ਗਏ, ਤੇ ਉਹਦੇ ਨਾਲ ਕੰਮ ਖਤਮ ਹੋ ਗਿਆ, ਸਾਡੀ ਸੇਵਾ ਖਤਮ ਹੋ ਗਈ। ਨਹੀਂ, ਖੁਦਾ ਦਾ ਵਚਨ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਸੀਮਿਤ ਨਹੀਂ ਰੱਖਦਾ। ਤੇ ਇਹ ਸਿਰਫ ਇਹਨਾਂ ਲਈ ਨਹੀਂ ਹੈ ਜਿਹੜੇ ਬਾਈਬਲ ਚੱਕ ਕੇ, ਪਰਮੇਸ਼ਰ ਦਾ ਵਚਨ ਚੱਕ ਕੇ ਤੁਰੇ ਫਿਰਦੇ ਨੇ। ਸਭਨਾਂ ਦੇ ਲਈ ਬਾਈਬਲ ਬਰਾਬਰ ਦੀ ਹੈ। ਸ਼ਾਸਤਰ ਸਭ ਦੇ ਲਈ ਬਰਾਬਰ ਦਾ ਹੁੰਦਾ, ਜਿੰਨਾ ਸਾਡੇ ਲਈ ਓਨਾ ਹੀ ਤੁਹਾਡੇ ਲਈ। ਤੇ ਸਭਨਾਂ ਨੂੰ ਇੱਕੋ ਹੀ, ਉਹ ਕੀ ਕਹਿੰਦੇ ਨੇ, ਵਜਨ ਕਰਨ ਵਾਲਾ ਤੱਕੜੀ ਦੇ ਵਿੱਚ ਤੋਲਦਾ ਹੈ। ਸਭਨਾਂ ਨੂੰ ਇੱਕੋ ਤੱਕੜੀ 'ਚ ਤੋਲਦਾ ਹੈ। ਸੇਵਾਵਾਂ ਖੁਦਾ ਨੇ ਸਾਨੂੰ ਦਿੱਤੀਆਂ ਨੇ, ਬੁਲਾ ਕੇ ਦਿੱਤੀਆਂ ਨੇ। ਸਾਨੂੰ ਉਹਨਾਂ ਸੇਵਾਵਾਂ ਨੂੰ ਜਾਣਨਾ ਤੇ ਉਹਨਾਂ ਦੀ ਕਦਰ ਕਰਨ ਦੀ ਲੋੜ ਹੈ। ਖੁਦਾ ਦਾ ਵਚਨ ਇਸ ਲਈ ਕਹਿੰਦਾ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ, ਉਹਦੇ ਯੋਗ ਚਾਲ ਚੱਲੋ। ਜੇ ਅਸੀਂ ਚੱਲਦੇ ਹੁੰਦੇ ਤੇ ਖੁਦਾ ਇਹ ਨਹੀਂ ਕਹਿੰਦਾ, ਖੁਦਾ ਦਾ ਵਚਨ, ਕਿ ਜਿਸ ਬੁਲਾਹਟ ਦੇ ਨਾਲ ਬੁਲਾਏ ਗਏ ਸੀ। ਫਿਰ ਸਾਨੂੰ ਆਸ਼ੀਸ਼ ਦੇ ਨਾਲ ਕਹਿੰਦਾ ਕਿ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ, ਤੁਸੀਂ ਉਹੋ ਜੀ ਚਾਲ ਚੱਲਦੇ ਹੋ ਤੇ ਮੈਂ ਤੁਹਾਨੂੰ ਹੋਰ ਵਧਾਉਂਦਾ ਜਾਵਾਂਗਾ। ਫਿਰ ਖੁਦਾ ਦਾ ਵਚਨ ਸਾਡੇ ਲਈ ਇਹ ਹੈ। ਪਰ ਜੇ ਅੱਜ ਖੁਦਾ ਦਾ ਵਚਨ ਸਾਨੂੰ ਇਹ ਕਹਿੰਦਾ ਜਿਸ ਬੁਲਾਹਟ ਦੇ ਨਾਲ ਤੁਸੀਂ ਬੁਲਾਏ ਗਏ ਸੀ, ਉਹਦੇ ਯੋਗ ਚਾਲ ਚੱਲੋ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਫਰਕ ਪੈਂਦਾ ਹੈ। ਕਿਤੇ ਨਾ ਕਿਤੇ ਸਾਡੀ ਸੋਚ ਦੇ ਵਿੱਚ ਤੇ ਸ਼ਾਸਤਰ ਦੀ ਸੋਚ ਦੇ ਵਿੱਚ ਫਰਕ ਪੈਂਦਾ। ਕਿਤੇ ਨਾ ਕਿਤੇ ਸਾਡੇ ਕੰਮਾਂ ਦੇ ਵਿੱਚ, ਸਾਡੀਆਂ ਸੇਵਾਵਾਂ ਦੇ ਵਿੱਚ, ਸਾਡੀ ਬੁਲਾਹਟ ਦੇ ਵਿੱਚ ਫਰਕ ਪੈ ਗਿਆ। ਕਿਤੇ ਨਾ ਕਿਤੇ ਸਾਡੇ ਵਿਚਾਰਾਂ ਦੇ ਵਿੱਚ ਤੇ ਬਾਈਬਲ ਦੇ ਵਿਚਾਰਾਂ ਦੇ ਵਿੱਚ ਫਰਕ ਪੈ ਗਿਆ। ਅਸੀਂ ਸੇਵਾ ਸਭ ਕਰਨਾ ਚਾਹੁੰਦੇ ਹਾਂ, ਪਰ ਗਾਂਹ ਨਹੀਂ ਵਧਣਾ ਚਾਹੁੰਦੇ। ਅੱਜ ਜੇ ਸੇਵਾ ਵੀ ਸ਼ੁਰੂ ਕੀਤੀ ਜਾਵੇ ਨਾ, ਤਾਂ ਕਹਿੰਦੇ ਘਰੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ। ਕਹਿੰਦੇ ਚੈਰਿਟੀ ਬਿਗਿਨਸ ਫਰੋਮ ਹੋਮ। ਇੱਥੇ ਹੀ ਇੱਕ ਚਰਚ ਹੋਰ ਸ਼ੁਰੂ ਕਰ ਦਿੰਦੇ ਆ। ਜੇ ਹੋਰ ਦੂਸਰਾ ਉੱਠਦਾ ਹੈ ਤੇ ਉਹ ਕਹਿੰਦਾ ਉੱਥੇ ਸ਼ੁਰੂ ਕਰ ਦੇ। ਸੇਵਾ ਦਾ ਮਤਲਬ ਇਹ ਨਹੀਂ ਹੈਗਾ ਘਰ-ਬਾਰ ਛੱਡਣਾ ਪੈਂਦਾ, ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਨਬੀ ਆਪਣੇ ਨਗਰ ਦੇ ਵਿੱਚ ਕਦੀ ਵੀ ਇੱਜ਼ਤ ਨਹੀਂ ਪਾਉਂਦਾ। ਨਿਕਲਣਾ ਪਏਗਾ। ਆਪਣੀ ਬੁਲਾਹਟ ਨੂੰ ਪਹਿਚਾਨੀਏ, ਖੁਦਾ ਦੇ ਦਿੱਤੇ ਸਮੇਂ ਨੂੰ ਪਹਿਚਾਨੀਏ। ਅਬਰਾਹਮ ਨੇ ਸੁਣਿਆ, ਉਹ ਚੱਲ ਪਿਆ, ਉਹਨੇ ਵਕਤ ਨਹੀਂ ਲਾਇਆ।
ਉਸੇ ਵੇਲੇ ਨਿਕਲ ਪਿਆ, ਆਪਣੇ ਭਤੀਜੇ ਨੂੰ ਨਾਲ ਲਿਆ ਤੇ ਚੱਲ ਪਿਆ, ਕਹਿੰਦਾ ਖੁਦਾ ਸਾਂਭੇਗਾ ਜਿਹਨੇ ਕਹਿ ਦਿੱਤਾ। ਤੇ ਖੁਦਾ ਨੂੰ ਸੁਪਨੇ ਕੀ ਦਿਖਾਉਂਦਾ, ਤੇਰੇ ਤੋਂ ਮੈਂ ਇੱਕ ਵੱਡੀ ਕੌਮ ਬਣਾਵਾਂਗਾ। 100 ਸਾਲ ਦੀ ਉਮਰ 'ਚ ਉਹਦੇ ਬੇਟਾ ਹੋਇਆ। ਪਰ ਅਬਰਾਹਮ ਦਾ ਵਿਸ਼ਵਾਸ ਦੇਖੀਏ, ਉਹਨੇ ਕਦੀ ਖੁਦਾ ਨੂੰ ਇਹ ਨਹੀਂ ਕਿਹਾ ਤੂੰ ਮੈਨੂੰ ਔਲਾਦ ਨਹੀਂ ਦਿੱਤੀ ਤੇ ਵੱਡੀ ਕੌਮ ਤੂੰ ਮੇਰੇ ਤੋਂ ਕਿੱਥੋਂ ਬਣਾ ਦੇਗਾ। ਉਹ ਕਹਿੰਦਾ ਜੇ ਖੁਦਾ ਨੇ ਕਿਹਾ ਹੈ ਤੇ ਖੁਦਾ ਕਰਕੇ ਵੀ ਦਿਖਾਉਂਦਾ ਹੈ। ਹਾਲੇਲੂਇਆ। ਮੇਰਾ ਰੱਬ ਜੇ ਕਹਿੰਦਾ ਹੈ ਤੇ ਕਹਿੰਦਾ ਕਰਕੇ ਵੀ ਦਿਖਾਉਂਦਾ ਹੈ। ਉਸ ਗੱਲ ਤੇ ਭਰੋਸਾ ਰੱਖਣਾ ਚਾਹੀਦਾ ਹੈ। ਖੁਦਾ ਝੂਠੇ ਵਾਅਦੇ ਨਹੀਂ ਕਰਦਾ, ਖੁਦਾ ਲਾਰੇ ਨਹੀਂ ਲਾਉਂਦਾ, ਖੁਦਾ ਗੱਲਾਂ ਦੇ ਕੜਾਹ ਨਹੀਂ ਬਣਾਉਂਦਾ। ਉਹ ਸਾਫ਼ ਸੁਥਰੀ ਗੱਲ ਕਰਦਾ ਹੈ, ਹਾਂ ਦੀ ਹਾਂ ਤੇ ਨਾ ਦੀ ਨਾ ਕਰਦਾ। ਤੇ ਪਰਮੇਸ਼ਰ ਦਾ ਵਚਨ ਇਸ ਲਈ ਸਾਨੂੰ ਕਹਿੰਦਾ ਕਿ ਸਾਡਾ ਜਿਹੜਾ ਜੀਵਨ ਹੋਣਾ ਚਾਹੀਦਾ ਹੈ, ਕਿਸ ਯੋਗ ਹੋਣਾ ਚਾਹੀਦਾ ਹੈ, ਦੀਨਤਾ ਤੇ ਨਮਰਤਾ ਦੇ ਨਾਲ ਭਰਿਆ, ਧੀਰਜ ਧਰ ਕੇ ਪਿਆਰ ਦੇ ਨਾਲ ਇੱਕ ਦੂਸਰੇ ਦੀ ਸਹਿਣ ਵਾਲਾ ਹੋਣਾ ਚਾਹੀਦਾ ਹੈ। ਮੇਲ ਦੇ ਬੰਧਨ ਵਿੱਚ ਆਤਮਾ ਦੀ ਏਕਤਾ ਰੱਖਣ ਦਾ ਯਤਨ ਕਰੋ। ਹਾਲੇਲੂਇਆ। ਮੇਲ ਮਿਲਾਪ ਦੇ ਬੰਧਨ ਵਿੱਚ ਕਹਿੰਦਾ ਆਤਮਾ ਦੀ ਏਕਤਾ ਨੂੰ ਰੱਖਣ ਦਾ ਯਤਨ ਕਰੀਏ। ਅੱਜ ਕਲੀਸਿਆਵਾਂ ਕੀ ਨੇ? ਬਹੁਤ ਨੇ। ਹਾਲੇਲੂਇਆ। ਇਹ ਸ਼ਬਦ ਸੁਣਿਆ ਨਾ, ਕਲੀਸਿਆਵਾਂ ਕਿੰਨੀਆਂ ਨੇ? ਬਹੁਤ ਨੇ। ਪਰ ਸ਼ਾਸਤਰ ਕੀ ਦੱਸਦਾ ਹੈ? ਇੱਕ ਮਸੀਹ ਤੇ ਇੱਕ ਕਲੀਸਿਆ। $37,000 ਮਿਸ਼ਨਾਂ ਨੇ। ਨਹੀਂ, ਮਿਸ਼ਨਾਂ ਨਹੀਂ, ਕਲੀਸਿਆ। ਮਿਸ਼ਨਾਂ ਬਹੁਤ ਨੇ। ਮਿਸ਼ਨਾਂ ਹਰੇਕ ਚੀਜ਼ ਨੂੰ ਰਨ ਕਰਨ ਦੇ ਲਈ ਕੋਈ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ। ਮੈਂ ਕਲੀਸਿਆ ਦੀ ਗੱਲ ਕਰਦਾ ਪਿਆ। ਥੈਂਕ ਯੂ। ਮਿਸ਼ਨਾਂ ਜਿਹੜੀਆਂ ਬਣਦੀਆਂ ਨੇ ਉਹ ਕਲੀਸਿਆ ਨੂੰ ਡਿਵਾਈਡ ਨਹੀਂ ਕਰਦੀਆਂ। ਮਿਸ਼ਨ ਇਸ ਲਈ ਹੁੰਦੀ ਹੈ ਕਿ ਕਿਸੇ ਵੀ ਪ੍ਰੋਜੈਕਟ ਨੂੰ ਚਲਾਉਣ ਦੇ ਲਈ ਇੱਕ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ, ਜਿਹਦੇ ਨਾਲ ਜਿਸ ਨੂੰ ਤਿਆਰ ਕਰਕੇ ਅਸੀਂ ਗਾਂਹ ਵੱਧਦੇ ਹਾਂ। ਕਲੀਸਿਆ ਖੁਦਾ ਦਾ ਵਚਨ ਕਹਿੰਦਾ ਹੈ ਇੱਕ ਹੈ, ਜਿਹਨੂੰ ਅਸੀਂ ਮਿਸ਼ਨਾਂ ਦੇ ਨਾਲ ਵੰਡ ਦਿੱਤਾ। ਮਿਸ਼ਨਾਂ ਦੇ ਨਾਲ ਵੰਡ ਦਿੱਤਾ। ਮੈਂ ਥੋੜੇ ਦਿਨ ਪਿਛਲੇ ਸੰਡੇ ਕਿਸੇ ਨੂੰ ਮਿਲਿਆ, ਕਹਿੰਦਾ ਲੱਗਾ ਹੀ ਨਹੀਂ ਜੀ CNI ਦਾ ਚਰਚ। ਮੈਂ ਕਿਹਾ ਕਿਉਂ, ਇੱਥੇ ਕੀ ਹੈ? ਚਰਚ ਹੁੰਦਾ। ਹਾਲੇਲੂਇਆ। ਨਾ ਉਹ ਪੈਂਟੀਕੋਸਟਲ, ਨਾ ਉਹ ਕੈਥੋਲਿਕ, ਨਾ ਉਹ CNI, ਨਾ ਉਹ ਮੇਨ ਲਾਈਨ, ਨਾ ਉਹ ਕੋਈ ਹੋਰ। ਚਰਚ ਕੀ ਹੈ? ਚਰਚ ਹੁੰਦਾ। ਕਲੀਸਿਆ ਕੀ ਹੈ? ਕਲੀਸਿਆ ਹੁੰਦੀ ਹੈ। ਇਹ ਵੰਡਾ ਅਸੀਂ ਪਾਈਆਂ ਨੇ, ਰੱਬ ਨੇ ਨਹੀਂ ਪਾਈਆਂ। ਉਹ ਤਾਂ ਕਹਿੰਦਾ ਹੈ ਇੱਕ ਮਸੀਹ, ਇੱਕ ਸਿਰ, ਇੱਕ ਬਦਨ ਤੇ ਇੱਕ ਕਲੀਸਿਆ। ਇਹਦਾ ਮਤਲਬ ਹੈ ਅਸੀਂ ਆਪਣੀ ਬੁਲਾਹਟ ਤੋਂ ਬਾਹਰ ਹੋ ਗਏ। ਅਸੀਂ ਉਸ ਨੂੰ ਪਹਿਚਾਨ ਕੇ ਵੀ, ਜਾਣਦੇ ਹੋਏ ਵੀ ਉਸ ਤੋਂ ਪਿੱਛੇ ਹਟਦੇ ਜਾ ਰਹੇ ਹਾਂ ਤੇ ਸਾਡੀਆਂ ਸੇਵਾਵਾਂ ਅਧੂਰੀਆਂ ਰਹਿ ਜਾਣਗੀਆਂ। ਇਹ ਖਿਤਾਬ ਪਾਉਣੇ ਸੌਖੇ ਨਹੀਂਗੇ। ਉਹਦੇ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਵਕਤ ਦੇਣਾ ਪੈਂਦਾ, ਸਮਾਂ ਦੇਣਾ ਪੈਂਦਾ, ਸੋਚ ਛੱਡਣੀ ਪੈਂਦੀ ਹੈ, ਵਿਚਾਰ ਬਦਲਨੇ ਪੈਂਦੇ ਨੇ, ਆਪਣੇ ਸ਼ਾਸਤਰ ਦੇ ਨਾਲ ਚੱਲਣਾ ਪੈਂਦਾ ਹੈ। ਤੇ ਪ੍ਰਭੂ ਦਾ ਵਚਨ ਕੀ ਕਹਿੰਦਾ? ਕਹਿੰਦਾ ਆਤਮਾ ਦੇ ਬੰਧਨ ਵਿੱਚ ਇੱਕ ਹੋਣਾ ਚਾਹੀਦਾ। ਕਿੰਨੇ ਆਤਮਾ ਪਰਮੇਸ਼ਵਰ ਨੇ ਸਾਨੂੰ ਦਿੱਤੇ? ਉਹ ਕਹਿੰਦਾ ਇੱਕ ਹੀ ਆਤਮਾ ਹੈ, ਇੱਕ ਹੀ ਪਿਤਾ ਹੈ ਤੇ ਇੱਕ ਹੀ ਪੁੱਤਰ ਹੈ, ਤ੍ਰਿਏਕਤਾ ਦੇ ਵਿੱਚ ਬੰਨੇ ਹੋਏ ਨੇ। ਤੇ ਸਾਨੂੰ ਉਹਨਾਂ ਦੇ ਵਿੱਚ ਹੋ ਕੇ ਚੱਲਣ ਦੀ ਲੋੜ ਹੈ। ਅਸੀਂ ਕਿਤੇ ਵੀ ਚਰਚ ਜਾਂਦੇ ਹੋਈਏ ਉਹ ਮਾਇਨੇ ਨਹੀਂ ਰੱਖਦਾ। ਅਸੀਂ ਖੁਦਾ ਦੇ ਕੋਲੇ ਜਾਂਦੇ ਆ, ਉਹ ਮਾਇਨੇ ਰੱਖਦਾ। ਆਮ ਕੁਦਰਤ ਦੇ ਖੁਦਾ ਬਾਪ, ਅਨੁਗ੍ਰਹਕਾਰੀ ਪਰਮੇਸ਼ਰ ਪਿਤਾ, ਤੁਹਾਡਾ ਸ਼ੁਕਰ ਕਰਦੇ, ਧੰਨਵਾਦ ਕਰਦੇ ਅੱਜ ਦੇ ਇਸ ਵਚਨ ਦੇ ਲਈ, ਸਮੇਂ ਦੇ ਲਈ ਪ੍ਰਭੂ ਜੀ ਜੋ ਬਖਸ਼ਿਆ ਕਿ ਅਸੀਂ ਆਪਣੀ ਬੁਲਾਹਟ ਨੂੰ ਪਹਿਚਾਨੀਏ, ਉਸ ਵਕਤ ਨੂੰ ਪਹਿਚਾਨੀਏ ਪ੍ਰਭੂ ਜੋ ਤੁਸੀਂ ਸਾਨੂੰ ਦਿੱਤਾ, ਅਤੇ ਪਿਤਾ ਪਰਮੇਸ਼ਰ ਉਸ ਦੇ ਮੁਤਾਬਕ ਚੱਲੀਏ, ਉਸ ਦੇ ਯੋਗ ਚੱਲੀਏ। ਤੇ ਪ੍ਰਭੂ ਜੀ ਇਹ ਬਖਸ਼ੀਏ ਕਿ ਜਿੰਨੇ ਭੈਣ ਭਾਈ ਘਰਾਂ 'ਚ, ਬਾਹਰ ਪਿਤਾ ਪਰਮੇਸ਼ਰ ਇਸ ਪੰਡਾਲ ਦੇ ਵਿੱਚ ਬੈਠੇ, ਬਜ਼ੁਰਗ, ਬੱਚੇ, ਨੌਜਵਾਨ, ਪ੍ਰਭੂ ਜੀ ਅਸੀਂ ਤੁਹਾਡੀ ਬੁਲਾਹਟ ਨੂੰ ਪਹਿਚਾਨਦੇ ਹੋਏ ਤੁਹਾਡੀ ਅਗਵਾਈ ਦੇ ਵਿੱਚ ਉਸ ਯੋਗ ਹੋ ਕੇ ਚੱਲਦੇ ਜਾਈਏ, ਤਾਂ ਕਿ ਇਹ ਜ਼ਿੰਦਗੀਆਂ ਤੁਹਾਡੀ ਸੇਵਾਵਾਂ ਦੇ ਵਿੱਚ ਵੱਧਦੀਆਂ ਜਾਣ। ਅਤੇ ਪ੍ਰਭੂ ਜੀ ਤੁਸੀਂ ਇੱਕ ਇੱਕ ਜਨ ਨੂੰ ਭਾਜੀ ਸੂਰਜ ਸਾਹਿਬ ਜਿਹੜੇ ਹਮੇਸ਼ਾ ਆਪਣੇ ਛੋਟੇ ਭਰਾ ਨੂੰ ਯਾਦ ਰੱਖਦੇ ਨੇ। ਬਸ
ਔਰ ਖੁਦਾ ਇਹਨਾਂ ਨੂੰ ਬਹੁਤ ਬਹੁਤ ਬਰਕਤ ਦੇ। ਸੋ ਸਾਡੇ ਵਿੱਚ ਫਾਦਰ ਪੀਟਰ ਜੀ ਆਪਣੀ ਪੂਰੀ ਐਸੋਸੀਏਸ਼ਨ ਦੇ ਨਾਲ ਇਸ ਜਗ੍ਹਾ ਤੇ ਮੌਜੂਦ ਨੇ। ਸੋ ਮੇਰੇ ਭਰਾ ਤਿੰਨਾਂ ਦੇ ਵਿੱਚੋਂ ਸਾਡੇ ਪ੍ਰੇਮ ਸਾਹਿਬ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਫਾਦਰ ਪੀਟਰ ਜੀ, ਬਹੁਤ ਹੀ ਸਤਿਕਾਰਯੋਗ ਮੌਂਸੀਓਰ ਫਾਦਰ ਡੈਨੀਅਲ ਜੀ, ਬਹੁਤ ਹੀ ਸਤਿਕਾਰਯੋਗ ਫਾਦਰ ਜੌਨ ਜੀ ਪਹੁੰਚ ਚੁੱਕੇ ਹਨ। ਹਾਲੇਲੂਇਆ। ਔਰ ਪੂਰੇ ਧੰਨਵਾਦ। ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਸਾਡੇ ਫਾਦਰ ਪੀਟਰ ਜੀ ਉਹਨਾਂ ਦੇ ਸਾਥੀ ਪ੍ਰਭੂ ਦੇ ਵਿੱਚ ਆਏ ਨੇ। ਸੰਤਾਂ ਦਾ ਸਵਾਗਤ ਜਿੰਨਾ ਵੀ ਹੋ ਜਾਵੇ ਉਹਨਾਂ ਥੋੜਾ ਵਾ। ਮੈਂ ਥੋੜਾ ਪੰਜਾਬੀ ਦੇ ਵਿੱਚ ਵੀ ਗੱਲਬਾਤ ਕਰਾਂਗਾ। ਸੰਤਾਂ ਦੇ ਵਿੱਚ ਰੱਬ ਲੱਭਦਾ ਹੈ, ਕਰ ਸੰਤਾਂ ਦੀ ਸੇਵਾ, ਕਰਮ ਸਫਲ ਤੇਰੇ ਹੋਵਨ ਸਾਰੇ, ਪਾ ਸੰਗਤਾਂ ਵਿੱਚ ਫੇਰਾ, ਰਾਤ ਦੁੱਖਾਂ ਦੀ ਕੱਟ ਜਾਵੇਗੀ, ਅੱਜ ਹੋਵੇਗਾ ਨਵਾਂ ਸਵੇਰਾ। ਹਾਲੇਲੂਇਆ ਹਾਲੇਲੂਇਆ। ਬਹੁਤ ਹੀ ਮੇਰਾ ਭਰਾ, ਪਿਆਰਾ ਭਰਾ ਮੇਰਾ ਜਸਪਾਲ ਮਸੀਹ ਜੀ, ਕੌਮੀ ਸਕੱਤਰ ਸ਼੍ਰੋਮਣੀ ਅਕਾਲੀ ਦਲ, ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ, ਉਹ ਵੀ ਸਾਡੇ ਵਿੱਚ ਆਏ ਨੇ। ਮੈਂ ਚਾਹਾਂਗਾ ਖੜੇ ਹੋ ਕੇ ਸੰਗਤਾਂ ਦਾ ਸਵਾਗਤ ਕਰੋ। ਔਰ ਮੈਂ ਦੱਸਣਾ ਚਾਹਾਂਗਾ ਮੈਂ ਕੋਈ ਕਲਾਕਾਰ ਨਹੀਂ, ਤੁਹਾਡੇ ਜੋੜਿਆਂ ਦੀ ਖੈਰਾਤ ਆ। ਜਿੱਥੇ ਤੁਹਾਡੇ ਜੋੜੇ ਲੱਥੇ ਮੈਂ ਉਹਨਾਂ ਦੇ ਵੀ ਲਾਇਕ ਨਹੀਂ, ਪਰ ਇਹ ਸਾਰਾ ਮੇਰੇ ਯਿਸੂ ਦਾ ਕਮਾਲ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੁਣ, ਇਸ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ। 91 ਤੋਂ ਲੈ ਕੇ 2000 ਤੱਕ ਸਾਡੇ ਜੋ ਸੈਕਟਰੀ ਸਾਹਿਬ ਨੇ ਉਹ ਹਮੇਸ਼ਾ ਮੈਨੂੰ ਸੱਦ ਕੇ ਦੁਆ ਬੰਦਗੀ ਕਰਵਾਉਂਦੇ ਸੀ। ਤੇ ਮੈਂ ਹੁਣ ਵੀ ਚਾਹਾਂਗਾ ਕਿ ਜਦੋਂ ਅਗਲਾ ਪ੍ਰੋਗਰਾਮ ਹੋਵੇ ਇੰਨੀ ਕਿ ਜਗ੍ਹਾ 'ਚ ਨਾ ਹੋਵੇ ਬਲਕਿ ਹਜ਼ਾਰੋਂ ਹਜ਼ਾਰ ਲੋਕ ਇਕੱਠੇ ਹੋ ਜਾਣ। ਔਰ ਦੂਸਰਾ ਹਜਾਤ ਨਗਰ ਤੋਂ ਮੇਰਾ ਵੀਰ ਖੜੇ ਹੋ ਜਾਣਗੇ। ਇਹ ਵੀ ਅੱਜ ਪਹਿਲੀ ਵਾਰੀ ਪ੍ਰਭੂ ਦਾ ਇਹ ਪ੍ਰੋਗਰਾਮ ਦੇਖ ਰਹੇ ਨੇ। ਮੈਂ ਚਾਹੁੰਦਾ ਕਿ ਮੇਰਾ ਭਰਾ ਪ੍ਰੇਮ ਮਸੀਹ ਜੀ ਇੱਧਰ ਆ ਜਾਣ। ਵੱਡਾ ਭਰਾ ਵਾ ਮੇਰਾ, ਮੈਨੂੰ ਆਸ਼ੀਰਵਾਦ ਦੇਣ, ਇੱਥੇ ਸਟੇਜ ਦੇ ਉੱਤੇ ਆਣ ਕੇ ਬੈਠਣ। ਸੋ ਖੁਦਾ ਇਹਨਾਂ ਨੂੰ ਬਹੁਤ ਬਹੁਤ ਬਰਕਤ ਦੇ। ਜੋ ਮੈਂ ਕਵਾਲੀ ਗਾਣ ਲੱਗਾ, ਜਿੱਦਣ ਦਾ ਫਾਦਰ ਪੀਟਰ ਜੀ ਦਾ ਫੋਨ ਆਇਆ, ਸੁਣਿਓ ਇੱਕ ਗਵਾਹੀ ਆ। ਜਿੱਦਣ ਦਾ ਫਾਦਰ ਪੀਟਰ ਜੀ ਦਾ ਫੋਨ ਆਇਆ ਮੈਨੂੰ ਇੰਜ ਲੱਗਾ ਇਹ ਫਾਦਰ ਪੀਟਰ ਜੀ ਨਹੀਂ ਬੋਲ ਰਹੇ, ਇਹਨਾਂ ਦੇ ਮੂੰਹ ਦੇ ਵਿੱਚੋਂ ਰੱਬ ਦੇ ਸ਼ਬਦ ਬੋਲ ਰਹੇ ਨੇ। ਹਾਲੇਲੂਇਆ। ਔਰ ਉਦੋਂ ਦੀ ਇੱਕ ਕਵਾਲੀ ਨਵੀਂ ਲਿਖੀ ਆ ਜਿਹੜੀ ਮੈਂ ਇੱਥੇ ਅੱਗੇ ਹੋ ਬੈਠੋ, ਉੱਤੇ ਹੋ ਜੀ। ਔਰ ਇਹ ਕਵਾਲੀ ਉਦੋਂ ਦੀ ਲਿਖਣੀ ਸ਼ੁਰੂ ਕੀਤੀ ਆ। ਸੋ ਮੈਂ ਸੰਗਤ ਵਾਸਤੇ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਨੇ ਉਹਨਾਂ ਵਾਸਤੇ ਵੀ, ਇੱਕ ਮੇਰੇ ਭਰਾ ਵੀਲ ਚੇਅਰ ਦੇ ਉੱਤੇ ਬੈਠੇ ਦੇ ਨੇ, ਉਹ ਵੀ ਮੇਰੇ ਸਤਿਕਾਰਯੋਗ ਨੇ, ਮੈਂ ਉਹਨਾਂ ਦਾ ਵੀ ਮਾਣ ਕਰਨਾ। करा की गुफार में सिफ्त तेरी, आला नाम तेरा आली शान तेरी, जो चाहे सो कर वखावना है, केड़ा है जो मोड़े रजा तेरी। सो बड़े प्यार दे नाल सुनो। नी माए की सिफ्त करा तेरे बलिदान दी, सब नू चुक ले सब नू चुक ले जांदी, गल नाल लांदी, ना वेखदी ईमान अपना, ना वेखदी पहचान अपनी, ओ सब नू गल नाल लांदी। लटका हुआ सलीब पे, 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 तारे उदास है, लटका हुआ सलीब पे, तारे उदास है। डैनियल दी किताब
ਦੀ 3 ਚ ਲਿਖਿਆ ਜਿੰਨੇ ਵੀ ਇਮਾਨਦਾਰ ਨੇ ਉਹ ਐਸੇ ਸਿਤਾਰੇ ਨੇ, ਇਹ ਸਿਤਾਰੇ ਨਾ ਘਟਦੇ ਨੇ ਨਾ ਵੱਧਦੇ ਨੇ, ਹਮੇਸ਼ਾ ਯਿਸੂ ਦੇ ਜਲਾਲ ਵਿੱਚ ਜਗਦੇ ਰਹਿੰਦੇ ਨੇ। ਹਾਲੇਲੂਇਆ। लटका हुआ सलीब तारे उदास है, लटका हुआ सलीब पर तारे उदास है। ये लटका हुआ सलीब पे तारे उदास है, लटका हुआ सलीब पर तारे उदास है, तारे उदास है, उदास है। लटका हुआ सलीब पर तारे उदास है, तुझसे बिछड़ के दर्द के दर्द के दर्द के दर्द के सा 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 रे 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 गा 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 मा 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 पा 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 धा 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 नी 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 दा 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 सा नी दा पा सा नी दा पा मा गा रे सा। तुझसे बिछड़ के दर्द के मारे उदास हैं, तुझसे बिछड़ के दर्द के मारे उदास है। ਅੱਜ ਮਦਰ ਟੇਰੇਜ਼ਾ ਦੀ ਸੂਰਤ ਉੱਤੇ ਮੈਂ ਕੀ ਲਿਖਿਆ ਫਾਦਰ ਪੀਟਰ ਜੀ? ਮਦਰ ਟੇਰੇਜ਼ਾ ਦੀ ਸੂਰਤ ਉੱਤੇ ਕੀ ਲਿਖਿਆ ਜਰਾ ਸੁਣਿਓ। सूरत तुम्हारी आज जो पेशे नजर नहीं, सूरत तुम्हारी आज जो पेशे नजर नहीं, सूरत तुम्हारी आज जो पेशे नजर नहीं, सूरत तुम्हारी हालेलुया नजर नहीं, नजर नहीं, नजर नहीं, सूरत तुम्हारी आज जो पेशे नजर नहीं। तू दिसदा नहीं, तू 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 दिसदा नहीं हो, सूरत तुम्हारी आज जो पेशे नजर नहीं, है, सूरत तुम्हारी आज जो पेशे नजर नहीं, नजर नहीं। करा की गुफार में सिफत तेरी, आला नाम तेरा आली शान तेरी, जो चाहे सो कर वखामनाए, ओ केड़ा है जो मोड़े रजा तेरी, कीता कर्म ते बख्शिया लाल मैनू, इस तो अगे न चल दीवा मेरी, शाना वालिया ए ईमान तेरी, रखा सांभ इसनू की औकात मेरी, सूरत तुम्हारी आखिरी पेशे नजर नहीं, सूरत तुम्हारी आज जो पेशे नजर नहीं, है, सूरत तुम्हारी आज जो पेशे नजर नहीं, नजर नहीं, सूरत तुम्हारी आज जो पेशे नजर नहीं, नजर नहीं, सूरत तुम्हारी आज जो पेशे नजर नहीं, सूरत तुम्हारी आज जो पेशे नजर नहीं। महफिल में सब तुम्हारे, महफिल
ओ महफिल में सब तुम्हारे, महफिल में सब तुम्हारे प्यारे उदास हैं, महफिल में सब तुम्हारे प्यारे उदास। सब ताली बजाओ, मेरी सारी संगत ताली बजाओ। महफिल में सब तुम्हारे प्यारे उदास हैं, महफिल में सब तुम्हारे प्यारे उदास हैं, महफिल में सब तुम्हारे प्यारे उदास हैं, महफिल में सब तुम्हारे प्यारे उदास हैं। गमखार हो गया है चेहरा बहार का, गमखार हो गया है चेहरा बहार का, गमखार हो गया है चेहरा बहार का, गमखार हो गया है चेहरा बहार का। फूलों के साथ साथ फूलों के साथ साथ भंवरे उदास हैं, फूलों के साथ साथ भंवरे उदास हैं, फूलों के साथ साथ भंवरे उदास हैं। ओ दिल रो रहा है आज रहमो करम लिए, 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 दिल रो रहा है मेरा दिल 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 रो रहा है, मेरा दिल 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 रो रहा है, मेरा दिल दिल रो रहा है, मेरा दिल 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 रो रहा है, मेरा दिल 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 रो रहा है, मेरा दिल रो रहा है, मेरा दिल 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 रो रहा है, मेरा दिल दिल रो रहा है, मेरा दिल दिल रो रहा है, मेरा दिल। मैं दुखियारी किते गम दी मारी अज आन डिगी दर तेरे, ए रोड़ गमा दे अखां विच रड़कन जिन्ना कीते जख्म गनेरे, कर दे आस पूरी किते या रब मेरी, किते गुजरे दिन बथेरे, दे फरजंद एक या रब मैनू मैं ना वेलावा तेरे, दिल रो रहा है, दिल मेरा दिल दिल रो रहा है, मेरा दिल दिल रो रहा है, दिल मेरा दिल दिल रो रहा है, दिल रो रहा है, दिल रो रहा है आज रहमो करम लिए। सुन के आंखों में आंसुओं के, रहन दो बच्चों नूं रहन दो, सुन दो जी, सुन दो जी, सुन दो, कोई गल नहीं। आंखों में आंसुओं के नजारे उदास हैं, आंखों में आंसुओं के नजारे उदास मदर टेरेसा के नाम से तालियां बजानियां बस। वो पार्टी वो कुदरत, सो सरपंच साहब कह रहे ने एक कवाली होर, सो 5 मिनट की गावांगा, उस तो बाद जो भी समाप्ति करनगे साडे फादर पीटर जी। तुसी बड़े ध्यान दे नाल सुनना, रब्बी नू याद करो, मिल के फरियाद करो, है गरीबां दा इहो आसरा हर दम हर पल, हालेलुया कर। रब्बी नू याद करो, मिल के फरियाद करो, रब्बी नू याद करो, मिल के फरियाद
ਕਰੋ ਹੈ ਗਰੀਬਾਂ ਦਾ ਇਹੋ ਆਸਰਾ हर दम हर पल हालेलुया कहे 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 ਇਹ ਹਰ ਦਮ ਇੱਕ ਜ਼ਰੂਰੀ ਆ ਮੇਰੀਆਂ ਸਾਰਾ ਭੈਣੀਆਂ ਭਰਾ ਮੇਰੇ ਜਿੰਨੇ ਵੀ ਆ ਨਾ ਸਾਰੇ ਜ਼ੋਰ ਨਾਲ ਤਾਲੀ ਜ਼ਰੂਰ ਵਜਾਓ ਮੇਰੇ ਵਾਸਤੇ ਨਹੀਂ ਅੱਜ ਇਸ ਪ੍ਰੋਗਰਾਮ ਦੇ ਵਾਸਤੇ ਵਜਾਣੀ ਆ ਮਦਰ ਟੇਰਾ ਜੀ ਦੇ ਵਾਸਤੇ ਵਜਾਣੀ ਆ ਸਾਰੇ ਤਾਲੀ ਵਜਾਓ ਮੇਰੇ ਨਾਲ ਗਾਓ ਵੀ ਇਹ ਹਰ ਦਮ ਹਰ ਪਲ ਹਾਲੇਲੂਇਆ ਕਹੇ हर दम हर पल हालेलुया कहे ਇਹ ਲੱਖ ਤੇ ਕਰੋੜ ਵਾਰੀ ਹਾਲੇਲੂਇਆ ਕਹੇ हर दम हर पल हालेलुया कहे 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 ਇਹ ਰੱਬੀ ਸਾਡੇ ਦਿਲਾਂ ਵਿੱਚ ਰੱਬੀ ਸਾਡੇ ਸਾਹਾਂ ਵਿੱਚ ਰੱਬੀ ਸਾਡੇ ਦਿਲਾਂ ਵਿੱਚ ਰੱਬੀ ਸਾਡੇ ਸਾਹਾਂ ਵਿੱਚ ਇਹ ਰੱਬੀ ਮੇਰੇ ਆਸੇ ਪਾਸੇ ਰੱਬੀ ਇਹ ਨਿਗਾਹਾਂ ਵਿੱਚ ਰੱਬੀ ਮੇਰੇ ਆਸੇ ਪਾਸੇ ਰੱਬੀ ਇਹ ਨਿਗਾਹਾਂ ਵਿੱਚ ਮੁਕੱਦਸਾਂ ਦੇ ਡੇਰੇ ਮੇਰੇ ਰੱਬੀ ਦੀਆਂ ਰਾਹਾਂ ਵਿੱਚ ਮੁਕੱਦਸਾਂ ਦੇ ਡੇਰੇ ਮੇਰੇ ਰੱਬੀ ਦੀਆਂ ਰਾਹਾਂ ਵਿੱਚ ਇਹ ਮੁਕੱਦਸਾਂ ਦੇ ਡੇਰੇ ਮੇਰੇ ਰੱਬੀ ਦੀਆਂ ਰਾਹਾਂ ਵਿੱਚ ਮੁਕੱਦਸਾਂ ਦੇ ਡੇਰੇ ਮੇਰੇ ਰੱਬੀ ਦੀਆਂ ਰਾਹਾਂ ਵਿੱਚ ਇਹ ਲੱਖ ਤੇ ਕਰੋੜ ਵਾਰੀ ਹਾਲੇਲੂਇਆ ਕਹੇ ਹਰ ਦਮ ਹਰ ਪਲ 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 ਹਾਲੇਲੂਇਆ ਕਹੇ ਇਹ ਆਸਾਂ ਤੇ ਉਮੀਦਾਂ ਰੱਬਾ ਹੋਣ ਪੂਰੀਆਂ ਆਸਾਂ ਤੇ ਉਮੀਦਾਂ ਰੱਬਾ ਹੋਣ ਪੂਰੀਆਂ ਸੰਤਾਂ ਤੋਂ ਕਦੇ ਵੀ ਨਾ ਪੈਣ ਦੂਰੀਆਂ ਆਸਾਂ ਤੇ ਉਮੀਦਾਂ ਰੱਬਾ ਹੋਣ ਪੂਰੀਆਂ ਸੰਤਾਂ ਤੋਂ ਕਦੇ ਵੀ ਨਾ ਪੈਣ ਦੂਰੀਆਂ ਇਹ ਸੰਤਾਂ ਦੀ ਮੰਨਦੇ ਨੇ ਆਪ ਰੱਬੀ ਰੱਬੀ ਸੰਤਾਂ ਦੀ ਮੰਨਦੇ ਨੇ ਆਪ ਰੱਬੀ ਰੱਬੀ ਇਹ ਸੰਤਾਂ ਦੀ ਮੰਨਦੇ ਨੇ ਆਪ ਰੱਬੀ ਰੱਬੀ ਸੰਤਾਂ ਦੀ ਮੰਨਦੇ ਨੇ ਆਪ ਰੱਬੀ ਰੱਬੀ ਸੰਤਾਂ ਦੀ ਜ਼ਿੰਦਗੀ ਕਿਤਾਬ ਰੱਬੀ ਰੱਬੀ ਸੰਤਾਂ ਦੀ ਮੰਨਦੇ ਨੇ ਆਪ ਰੱਬੀ ਰੱਬੀ ਸੰਤਾਂ ਦੀ ਜ਼ਿੰਦਗੀ ਕਿਤਾਬ ਰੱਬੀ ਰੱਬੀ ਹੈ ਤੁਰਦੇ ਨੇ ਜਿਹੜੇ ਫੜੇ ਸੰਤਾਂ ਦੇ ਚਰਨ ਹਰ ਦਮ ਹਰ ਪਲ ਹਾਲੇਲੂਇਆ ਕਹੇ 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 ਇਹ ਭੇਤ ਦਿਲਾਂ ਵਾਲੇ ਤੈਨੂੰ ਪੈਣੇ ਖੋਲਣੇ ਵੇਤ ਦਿਲਾਂ ਵਾਲੇ ਤੈਨੂੰ ਪੈਣੇ ਖੋਲਣੇ ਤਾਈਓ ਦੁੱਖ ਸੁੱਖ ਤੇਰੇ ਉਹਨੇ ਫੋਲਣੇ ਵੇਤ ਦਿਲਾਂ ਵਾਲੇ ਤੈਨੂੰ ਪੈਣੇ ਖੋਲਣੇ ਤਾਈਓ ਦੁੱਖ ਸੁੱਖ ਤੇਰੇ ਉਹਨੇ ਫੁੱਲਣੇ ਇਹ ਦੁਖੀਆਂ ਦੀ ਸੁਣਦਾ ਹੈ ਆਪ ਰੱਬੀ ਰੱਬੀ ਦੁਖੀਆਂ ਦੀ ਸੁਣਦਾ ਹੈ ਆਪ ਰੱਬੀ ਰੱਬੀ ਰੋਗ ਸਾਰੇ ਦੂਰ ਕਰੇ ਆਪ ਰੱਬੀ ਰੱਬੀ ਦੁਖੀਆਂ ਦੀ ਸੁਣਦਾ ਹੈ ਆਪ ਰੱਬੀ ਰੱਬੀ ਰੋਗ ਸਾਰੇ ਦੂਰ ਕਰੇ ਆਪ ਰੱਬੀ ਰੱਬੀ ਉਹ ਦੂਰ ਕਰੇ ਸਾਰੇ ਤੇਰੇ ਮਨ ਦੇ ਭਰਮ ਹਰ ਦਮ ਹਰ ਪਲ ਹਾਲੇਲੂਇਆ ਹਰ ਦਮ ਹਰ ਪਲ ਹਾਲੇਲੂਇਆ ਕਹੇ 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 ਤੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਫਾਦਰ ਪੀਟਰ ਜੀ ਅੱਗੇ ਫਾਦਰ ਡੈਨੀਅਲ ਲਾਸਟ ਵਿੱਚ ਫਾਦਰ ਜੀ ਪੀਟਰ ਜੀ 2 ਮਿੰਟ ਆਉਣਗੇ 2 ਮਿੰਟ ਬੋਲਣਗੇ ਉਸ ਤੋਂ ਬਾਅਦ ਸਰਦਾਰ ਜਗਬੀਰ ਸਿੰਘ ਬਰਾੜ ਜੀ ਆ ਰਹੇ ਆ ਉਸ ਤੋਂ ਬਾਅਦ ਲਾਸਟ ਸਮਾਪਤੀ ਹੈ ਤੋ ਸਾਡੇ ਵਿੱਚ ਫਾਦਰ ਪੀਟਰ ਜੀ बहुत ही सत्कारयोग साडे मोनसिन्योर फादर डैनियल रिप्रेजेंटिंग डायसिस ऑफ जलंधर
सच बोला मैं सारे का नाम नहीं जानता। रिवरेंड पास्टर्स, पादरी, CNI चर्च जिन्हें भी इतने बैठे, प्रेम पास्टर्स, मैं नाम नहीं जानता, सॉरी। रेवरेंड फादर जॉन संसारपुर दे पारिश प्रीस्ट, मेरे यार, मेरे मित्र, मेरे दोस्त पास्टर बिट्टू, इमानुअल फ्रॉम थारीवाल, बड़े लीडर इतने बैठे ने। मैं जानता अपने जसपाल जी अमृतसरों आए, बाकी नाम नहीं जानता। बड़े पतबंदे लीडर बहुत सारे इतने बैठे हैं, पास्टर लोग इतने बैठे हैं। यूथ जलंधरों आए अकाली दल तो, साढ़े और भी संसारपुर के गुरदार लाल बैठे हैं, जॉनसन बैठे हैं और यूनस बैठे हैं। आई कैन सी टोनी, बाकी साढ़े भरा ते भैनों सबनों इस दिन का मुबारकबाद देना चाहते हैं। असी सारे एक ही मकसद है कि असी भी मदर तेरेसा दे वांग इस दुनिया दे विच जात पात उपर उठ के एक सेवा की भावना दे नाल इस समाज की सेवा करना, और लिए साडे नमूना मदर तेरेसा है। आज असी सारे इसी मकसद लिए इत्थे इकट्ठे हुए हैं। कितनी खुशी की गल है, अलग चर्च तो, अलग कम्यूनिटी तो, अलग अलग जगह तो असी इत्थे इकट्ठे अपना मदर तेरेसा का जो प्रोग्राम असी कर रहे हैं। मेरा तो पहला बरार है, मैं देख रहा हूँ अगले साल हर साल जिस तरह से करते हैं उसी तरह से इनू और वधिया तरीके दे नाल करन दे लई कोशिश करांगे। मैं इत्थे फुलड़ीवाल दी कैथोलिक चर्च दे पैरिश प्रीस्ट होने के नाते मैं सब दा मेरे वालों जी आखदे हाँ, धन्यवाद करते हाँ। इस टीम दे लई जो भी इत्थे आए ने सारे दा धन्यवाद करते हाँ। आओ असी सारे मिल के एकजुट होके साडी समाज की भलाई दे लई और सारी चर्च की साडी अपनी निजी तौर पर उपर उठ के सेवा करने की पावन नाल असीं अगे जावांगे, ताकि जो गरीब, जो बेसहारे हैं, जो अथड़ी हैं, जो सेवा मदर तेरेसा ने की है और दुनिया ने जो संदेश अपनी जिंदगी दे राही दिता, वही असी भी पाउंदे हुए असी भी एक दूसरे की सेवा करांगे। गॉड ब्लेस यू, थैंक यू एंड स्पेशली सूरज और उन्होंने टीम वेलफेयर जो मसीह ट्रस्ट जो उन्होंने बनाया, उस टीम का मैं धन्यवाद करते हैं जो अगे होके ये सारा इंतजाम करते हैं। गॉड ब्लेस यू, थैंक यू। धन्यवाद फादर जी। मैं दसना चाहता भी साढ़े इलाके के फादर पीटर इन्हों जलंधर डायसिस वालों एक्सट्रा चार्ज मिलिया फुलड़ीवाल का। वैसे ट्रिनिटी कॉलेज के डायरैक्टर हैं जिन्हों ने ट्रिनिटी कॉलेज नूं बड़ी खूबसूरती नाल उस कॉलेज दे विचों एक कॉलेज होर पैदा किया। जोरदार ताड़ी मारांगे। बड़ी वड्डी पद्धर ते एजुकेशन चला रहे हैं और दयालु भी बड़े हैं। जो भी कोई कॉलेज दे विच कोई एडमिशन लैनी होवे, जे माड़ा जा कहीदा भी गरीब आ थोड़ी लैस भी कर दिंदे आ, तो साडे विच सरदार जोधवीर सिंह असी जोरदार उन्हां दा भी ताड़ी नाल स्वागत करांगे, धन्नवाद करांगे। क्योंकि जिन्नी देर बराड़ साहब नहीं आउंदे उन्नी देर असी जिन्नियां नूं सम्मानित करना रह ना जावे। इस प्रोग्राम नूं मनाउण लई काफ़ी समा लगा, लेकिन थोड़े समय च रश कहंदे रश नहीं कहना चाहिए, स्वीट प्रॉब्लम आ गई सीटां दी। तो असी उहदे विच असी अपने जिन्ने भी साथी आ साडे जलंधर डायसिस दे आगू हन जिहड़े अकाली दल नाल चलदे हन, जो साडी टीम है बिशप फ्रैंको जी दे अगवाई दे हेठ बनी हुई आ, वो असी निशा निर्देश दे अंदर पार्टी नाल काम करदे हैं बड़े पद्धर ते। उहदे विच साडे डायरैक्टर साहब बैठे, जूनस सरपंच पलत्त तो और जगतार मसीह दसूए तो। साडे विच होर भी बहुत सारे, मैं कई बारी लिस्ट ना बनाने करके भुल गया। साडे विच कैंट चर्च जो साडा कैथीड्रल गिरजा है उहदे प्रधान है, उहदा भी असी जोरदार ताड़ी नाल स्वागत करांगे। उन्हां दे नाल आंचल जी, दीपू, वो सारी टीम
ਜਿਹੜੀ ਸਾਡੇ ਨਾਲ ਚੱਲਦੀ ਆ ਉਹ ਆਏ ਹਨ, ਉਹਨਾਂ ਦਾ ਪਹੁੰਚਣ ਤੇ ਧੰਨਵਾਦ ਕਰਾਂਗੇ। ਮੈਂ ਹੁਣ ਸਾਰੇ ਹੀ ਖੁਦਾ ਦੇ ਦਾਸਾਂ ਨੂੰ ਬੇਨਤੀ ਕਰਦਾ ਕਿ ਉਹ ਅੱਗੇ ਆ ਜਾਓ, ਆਪਾਂ ਨਾਮ ਬੋਲੀ ਜਾਵਾਂਗੇ। ਆਪਾਂ ਹਰ ਇੱਕ ਨੇ ਸਵਾਗਤ ਦਾ ਟਾਈਮ 10-15 ਮਿੰਟ ਦਾ ਹੈ, ਤੋਂ ਉਹਨਾਂ ਦਾ ਧੰਨਵਾਦ ਕਰ ਦਈਏ, ਉਹਨਾਂ ਨੂੰ ਸਨਮਾਨਿਤ ਕਰ ਦਈਏ। ਮੈਂ ਸਭ ਤੋਂ ਪਹਿਲਾਂ ਸਾਡੇ ਵਿੱਚ ਅੰਮ੍ਰਿਤਸਰ ਤੋਂ ਆਏ ਹਨ ਪਾਸਟਰ ਜੀ ਗੁਰਨਾਮ ਜੀ, ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਬੋਲਣ ਦਾ ਸਮਾਂ ਸਿਰਫ 2-4 ਮੈਂਬਰਾਂ ਨੂੰ ਮਿਲੇਗਾ, ਕਿਉਂਕਿ ਜਦੋਂ ਬਰਾੜ ਸਾਹਿਬ ਆ ਜਾਣਗੇ ਉਹਨਾਂ ਤੋਂ ਪਹਿਲਾਂ 2-3 ਬੰਦਿਆਂ ਨੂੰ ਬੋਲਣ ਦਾ ਮੌਕਾ ਮਿਲੇਗਾ, ਕਿਉਂਕਿ ਰਸ਼ ਬਹੁਤ ਆ। ਹੁਣ ਨਾਰਾਜ਼ ਤਾਂ ਨਾ ਹੋਇਓ, ਤੋ ਸਾਡੇ ਸਮਾਨਤ ਨਾ ਰਹਿ ਜਾਣ। ਤੋ ਮੈਂ ਸਾਰੇ ਹੀ ਖੁਦਾ ਦੇ ਦਾਸਾਂ ਨੂੰ ਕਹਿੰਦੇ ਕਿ ਸਰੂਪੇ ਨਹੀਂ, ਜਿੰਨੇ ਵੀ ਬੱਚੇ ਆ ਸਾਡੇ, ਜਿੰਨੇ ਵੀ ਬੱਚੇ ਆ ਉਹ ਅੱਗੇ ਬੈਠ ਜਾਓ। 10 ਮਿੰਟ ਸੀਟਾਂ ਖਾਲੀ ਦੇ ਦਿਓ, ਯੂਥ ਨੂੰ ਅਸੀਂ ਬਿਠਾ ਦਈਏ। 10 ਮਿੰਟ ਲੱਗ ਜਾਣੇ। ਜਿੰਨੀਆਂ ਬੀਬੀਆਂ ਅੱਗੇ ਬੈਠ ਜਾਣ। ਫਾਦਰ ਡੈਨੀਅਲ ਜੀ ਨੇ ਕਿਹਾ, ਜ਼ਰੂਰ ਕਹਿਣਾ ਮੰਨੋ, ਇਹ ਸਵੀਟ ਪ੍ਰੋਬਲਮ ਕੁਰਸੀਆਂ ਦੀ ਹੋ ਗਈ ਕਿ ਉਹ ਅੰਦਰ ਮਦਰ ਟੈਰੇਸਾ ਦੀ ਆ ਜਾ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਦਾ। ਮੈਂ ਬਰਾੜ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਤੁਹਾਡੀ ਵੇਟ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ। ਕੁਝ ਬੰਦੇ ਖਾਣਾ ਵੀ ਖਾਣ ਲੱਗ ਗਏ, ਤੋ ਇਸ ਕਰਕੇ ਤੁਸੀਂ ਲੇਟ ਹੋ ਗਏ। ਚਲੋ ਕੋਈ ਗੱਲ ਨਹੀਂ, ਫੇਰ ਵੀ ਮੌਕਾ ਸਾਂਭ ਲਿਆ। ਤੁਹਾਡਾ ਇੱਥੇ ਪਹੁੰਚਣ ਤੇ, ਪਾਰਟੀ ਦੇ ਵਿੱਚ ਆਉਣ ਤੇ ਤੁਹਾਡਾ ਧੰਨਵਾਦ। ਮਸੀਹ ਭਾਈਚਾਰੇ ਵੱਲੋਂ ਜ਼ੋਰਦਾਰ ਤਾੜੀ ਮਾਰਾਂਗੇ। ਬਰਾੜ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾ ਦਿਓ, ਤੋ MLA ਬਣਾ ਦਿਓ, ਤੇ ਇਸ ਇਲਾਕੇ ਦਾ ਜਿਹੜਾ ਨਕਸ਼ਾ ਬਦਲ ਜਵੇ। ਧੰਨਵਾਦ। ਮੰਚ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਾਰੇ ਪਾਸਟਰ ਸਾਹਿਬਾਨ, ਸਾਰੇ ਸੰਤ ਸਾਹਿਬਾਨ, ਮੇਰੇ ਸਾਹਮਣੇ ਬੈਠੇ ਫਾਦਰ ਪੀਟਰ ਜੀ, ਮੇਰੇ ਸਾਹਮਣੇ ਬੈਠੇ ਸਾਰੇ ਮਦਰ ਟੈਰੇਸਾ ਦਾ ਸ਼ਰਧਾਂਜਲੀ ਸਮਾਰੋਹ ਸ਼ਾਮਲ ਹੋਏ ਮੇਰੇ ਬਜ਼ੁਰਗ ਭਰਾ, ਨੌਜਵਾਨ ਬੱਚੇ, ਮੇਰੀਆਂ ਮਾਵਾਂ ਭੈਣਾਂ, ਬੱਚੀਆਂ, ਮੇਰੇ ਨਾਲ ਸੂਰਜ ਜੀ ਖੜੇ ਆ, ਜੀਤਾ ਜੀ, ਸੰਘਾ ਸਾਹਿਬ, ਸੁਖਬੀਰ ਚੁੱਖਾ ਜੈਲਦਾਰ ਜੀ, ਸਹੋਤਾ ਸਾਹਿਬ, ਨਾਮਾਂ ਦੇ ਵਿਸਤਾਰ ਨਾ ਜਾਂਦਾ ਸਰਪੰਚ ਸਾਹਿਬ, ਮੈਂ ਸਾਰੇ ਸਤਿਕਾਰਯੋਗ। ਅੱਜ 1997 ਤੋਂ ਬਾਅਦ 24 ਸਾਲ ਹੋ ਗਏ ਮਾਨਵਤਾ ਦੀ ਰਖਵਾਲੀ ਕਰਨ ਵਾਲੀ ਉਹ ਰੂਹਾਨੀ ਸ਼ਖਸੀਅਤ ਜੋ ਇਸ ਸੰਸਾਰ ਤੋਂ ਰੁਖਸਤ ਹੋਏ ਸੀਗੇ। ਪਰ ਮੈਂ ਫੋਲੜੀਵਾਲ ਦੇ ਸਾਰੇ ਉਹਨਾਂ ਲੋਕਾਂ ਨੂੰ ਨਮਸਤੇ ਕਰਦਾ, ਸਲੂਟ ਕਰਦਾ ਉਹਨਾਂ ਨੂੰ ਜਿਨ੍ਹਾਂ ਨੇ ਮਦਰ ਟੈਰੇਸਾ ਦੇ ਦੱਸੇ ਰਸਤੇ ਤੇ ਮਾਨਵਤਾ ਦੀ ਸੇਵਾ ਦਾ ਕੰਮ ਕੀਤਾ ਔਰ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਜੋ ਸੁਨੇਹਾ ਮਹਾਨ ਸੰਤ ਜੋ ਦੇ ਗਏ ਸੀਗੇ ਉਹ ਸੁਨੇਹਾ ਪਹੁੰਚਾ ਰਹੇ ਆ। ਮੈਂ ਇੱਕੋ ਹੀ ਗੱਲ ਆਖੂੰਗਾ ਕਿ ਕਈ ਲੋਕ ਜਿਹੜੇ ਹੈਗੇ ਆ ਸੁੱਖ ਆਰਾਮ ਨੂੰ ਚੰਗਾ ਸਮਝਦੇ ਆ। ਕਈ ਲੋਕ ਜਿਹੜੇ ਹੈਗੇ ਆ ਪੈਸੇ ਦੀ ਗਿਣਤੀ ਕਰਕੇ, ਜਿਨ੍ਹਾਂ ਲੋਕਾਂ ਕੋਲੇ ਅਥਾਹ ਪੈਸਾ ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਦਾ ਮਾਣ ਸਤਿਕਾਰ ਕਰਦੇ ਆ। ਪਰ ਮਹਾਨ ਮਦਰ ਟੈਰੇਸਾ ਨੇ ਉਹਨਾਂ ਲੋਕਾਂ ਦਾ ਸਤਿਕਾਰ ਕੀਤਾ ਜਿਨ੍ਹਾਂ ਕੋਲੇ ਜ਼ਿੰਦਗੀ ਜਿਉਣ ਦੇ ਲਈ ਇੱਕ ਪੈਸਾ ਵੀ ਨਹੀਂ ਸੀ ਜਾਂ ਪੂੰਜੀ ਬਹੁਤ ਘੱਟ ਸੀ ਔਰ ਸਾਰਾ ਜੀਵਨ ਆਪਣਾ ਮਾਨਵਤਾ ਦੇ ਲਈ ਲਾਇਆ। ਇਹ ਕੋਈ ਛੋਟੀ ਗੱਲ ਨਹੀਂ ਹੈ, ਵਰਨਾ ਹੋ ਸਕਦਾ ਜੀ ਉਹਨਾਂ ਦਾ ਵੀ ਕਰਦਾ ਹੋਵੇ। ਜਿਸ ਮੁਲਕ 'ਚੋਂ ਪੈਦਾ ਹੋਏ ਉਸ ਮੁਲਕ ਦੇ ਵਿੱਚ ਆਪਣੇ ਮੁਲਕ ਦੇ ਨਾਲੋਂ ਸੁੱਖ ਸਹੂਲਤਾਂ ਸੁਵਿਧਾ ਜ਼ਿਆਦਾ ਸੀਗੀਆਂ, ਪਰ ਜਦੋਂ ਉਹ ਹਿੰਦੁਸਤਾਨ ਇੰਡੀਆ ਦੇ ਵਿੱਚ ਆਏ, ਅੱਜ ਤਾਂ ਫਿਰ ਵੀ ਕਈ ਘਰਾਂ ਦੇ ਵਿੱਚ ਚੰਗੀਆਂ ਥਾਵਾਂ AC ਕੂਲਰ ਲੱਗੇ ਆ, ਪਰ ਜਦੋਂ ਮਦਰ ਟੈਰੇਸਾ ਇੱਥੇ ਆਈ ਸੀ ਉਦੋਂ ਬੇਆਬਾਦ ਜ਼ਮੀਨਾਂ ਸੀ, ਹਨੇਰੀਆਂ ਚੱਲਦੀਆਂ ਸੀ, ਝੱਖੜ ਚੱਲਦੇ ਸੀਗੇ, ਪਰ ਉਹਨਾਂ ਨੇ ਇੰਡੀਆ 'ਚ ਰਹਿ ਕੇ ਮਾਨਵਤਾ ਦੀ ਸੇਵਾ ਕਰਨ ਦਾ ਜੋ ਇੱਥੇ ਸਿਸਟਮ ਚਲਾਇਆ, ਅਸੀਂ ਸਾਰੇ ਉਸ ਨੂੰ ਸਲੂਟ ਕਰਦੇ ਹਾਂ।
ਮੈਂ ਇਹੀ ਗੱਲ ਆਖੂੰਗਾ ਕਿ ਗੁਰੂ ਮਹਾਰਾਜ ਸਾਨੂੰ ਹਿੰਮਤ ਫਾਦਰ ਜੀ ਸਾਰੇ ਆ ਜਾਓ, ਸਾਰੇ ਹੀ ਫਾਦਰ ਸਾਹਿਬਾਨ, ਪਾਦਰੀ ਸਾਹਿਬਾਨ, ਬੇਟੀ ਰੇਮਕਾ ਨੂੰ ਸਨਮਾਨਿਤ ਕਰਾਂਗੇ। ਜਿਹੜੇ ਅੱਛੇ ਵਰਸ਼ਿਪ ਹਨ ਸਾਰੇ ਹੀ। ਮੈਂ ਬੇਨਤੀ ਕਰਾਂਗਾ ਭੈਣ ਸੁਨੀਤਾ ਨੂੰ ਵੀ, ਉਹ ਵੀ ਅੱਗੇ ਆ ਜਾਣ। ਫਾਦਰ ਜੀ ਆ ਜਾਓ, ਫਾਦਰ ਜੀ। ਫਾਦਰ ਜੀ ਆ ਜਾਓ ਅੱਗੇ। ਆ ਜਾਓ ਭੈਣ।